बंधन पाद पंकज बंधन सिमरायं दुख निकंदन अमरदास गुर रहे जी हृदय श्री गुरु रामदास गुरु अर्जन विघ्नन के नासक विघ्नन के नाश हरे गोविंद शुभ मत प्रकाश श्री हर राय नमो कर जोरी नमो कर जोरी श्री हर कृष्ण मनाओ तेग बहादुर परम कृपाला सतगुर परम कृपाला श्री गुरु गोबिंद सिंह विशाला तारों तारा पारे पुन पुन सीसा वाहिगुरु पुन पुन सीसा बंदों बार बार जगदीश एक ओंकारा सतगुरु तेह प्रसाद सच हो वाहिगुरु जी की फतेह है विघ्न विनाशन सोए जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग कहाँ बुद्ध प्राप्त तुच्छ हमारी वर्ण सके महिमा जो तिहारी हम ना सकत कर सिफत तुम्हारी आप दयो तुम कथा सुधारी हम ना सकत कर सिफत तुम्हारी आप दयो तुम कथा सुधारी सतनाम श्री वाहिगुरु साहिब जी दोहरा बिशन सिंह ते सुन गुरु श्री मुख ते फुरमाए मत चिंता चित कीजिए होए रघबीर सहाय वाहिगुरू जी का खालसा वाहिगुरू जी की फतेह परम सन्मान जो गुरु की साजी नवाजी गुरु खालसा साध संगत जीओ सतगुरु गरीब नवाज सच्चे पातशाह जी की पावन पवित्र हजूरी च सुभाईमान होके गुरु साहब जी का पावन इतिहास सरवण कर रहे हैं धन गुरु तेग बहादुर साहब जी तेग बहादुर सिमरी है कर नौनि दे आवे ताए सब थाई होए सहाय अपने सेवकों की सहायता करने लई सतगुरु जी ब्रह्मपुत्र दरिया के कंढे जा बिराजे आसाम की धरती उत्ते जिथे कामरूप देश आसाम के राजे नाल युद्ध होना सी राजा बिशन सिंह दियां फौजां गुरु साहब जी की चरण शरण विच गुरु साहब जी की हजूरी च उत्थे पहुंचियां राजे ने बेनती की महाराज बड़ा भारी कष्ट आ रहा है दुश्मन नूं जितण की कोई आस उम्मीद नहीं है जादूगरनियां बड़ा भयानक रूप धारण करके दरिया के उत्तों दी उड उड के आउंदियां हन फौजां दे उत्तों घुम के उडारी मार के जांदियां हन डरा डरा के जांदियां हन मेरियां फौजां दे दिनों दिन हौसले पस्त होंदे जा रहे ने जितण की कोई आस उम्मीद नहीं जे मैं इत्थे जंग विच मारिया गया तां भी मौत सामने खड़ी है जे मैं वापस पिछे परतांगा तां भी मौत खड़ी है सो मेरे ते किरपा करो मेरे इस दुख का कोई इलाज करो मैं तुहाडा ऊट आसरा तकिया राजे ने अपने मंत्री मंडल समेत आके जदों गुरु साहब के चरणों च बेनती की है उस उपरंत गुरु तेग बहादुर साहब जी महाराज राजे बिशन सिंह नूं जो आश्वासन दिंदे हन ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ ਆਖੀਏ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਿਸ਼ਨ ਸਿੰਘ ਤੇ ਸੁਨ ਗੁਰੂ। ਸਤਿਗੁਰੂ ਜੀ ਨੇ ਰਾਜੇ ਬਿਸ਼ਨ ਸਿੰਘ ਦੀ ਬੇਨਤੀ ਸੁਣ ਕੇ ਸ਼੍ਰੀ ਮੁਖ ਤੇ ਫੁਰਮਾਏ। ਆਪਣੇ ਪਾਵਨ ਮੁਖਾਰ ਬਿੰਦ ਤੋਂ ਰਾਜੇ ਨੂੰ ਹੌਸਲਾ ਦਿੱਤਾ ਹੈ। ਮਤ ਚਿੰਤਾ ਚਿਤ ਕੀਜੀਏ। ਮਹਾਰਾਜ ਕਹਿੰਦੇ ਰਾਜਾ ਬਿਸ਼ਨ ਸਿੰਘ ਆਪਣੇ ਮਨ ਵਿੱਚ ਕਿਸੇ ਤਰ੍ਹਾਂ ਦੀ ਵੀ ਚਿੰਤਾ ਨਾ ਕਰੋ। ਹੋਏ ਰਘਬੀਰ ਸਹਾਏ। ਪਰਮਾਤਮਾ ਸਹਾਇਤਾ ਕਰੇਗਾ, ਵਾਹਿਗੁਰੂ ਭਲੀ ਕਰੇਗਾ। ਹਰ ਜਗ੍ਹਾ ਤੇ ਆਪਣੇ ਸੇਵਕਾਂ ਦੀ ਉਹ ਸਹਾਇਤਾ ਕਰਦਾ ਹੈ। ਜਿਹੜਾ ਵੀ ਉਹਦਾ ਭਰੋਸਾ ਤੱਕੇਗਾ, ਜਿਹੜਾ ਵੀ ਉਹਦੇ ਤੇ ਆਸ ਰੱਖੇਗਾ, ਉਹਦੀ ਸਹਾਇਤਾ ਉਹ ਵਾਹਿਗੁਰੂ ਨੇ ਕਰਨੀ ਹੀ ਕਰਨੀ ਹੈ। ਚੌਪਈ ਨਹੀਂ ਮਾਨਤੇ ਜੋ ਬਨ ਆਇਓ। ਜੋ ਰਾਜਾ ਮਾਨ ਸਿੰਘ ਤੇਰੇ ਦਾਦੇ ਕੋਲੋਂ ਨਹੀਂ ਹੋ ਸਕਿਆ, ਮਹਾ ਕਠਨ ਹੈ ਤੋਹੇ ਬਤਾਇਓ। ਉਹ ਕੰਮ ਤੈਨੂੰ ਔਰੰਗਜ਼ੇਬ ਨੇ ਸੌਂਪਿਆ ਹੈ। ਯਾਨੀ ਜਿਹੜਾ ਤੇਰਾ ਦਾਦਾ ਮਾਨ ਸਿੰਘ ਅਕਬਰ ਦੇ ਸਮੇਂ ਨਹੀਂ ਸੀ ਕਰ ਸਕਿਆ ਕਾਮਰੂਪ ਦੇਸ਼ ਨੂੰ ਫਤਿਹ ਕਰਨ ਦਾ, ਉਹੀ ਕਠਿਨ ਕੰਮ ਔਰੰਗਜ਼ੇਬ ਨੇ ਤੇਰੇ ਜ਼ਿੰਮੇ ਲਾਇਆ ਹੈ। ਸੋ ਕਾਰਜ ਤੂੰ ਕਰਹਿ ਬਨਾਏ। ਪਰ ਗੁਰੂ ਮਹਾਰਾਜ ਕਹਿੰਦੇ ਉਹ ਕੰਮ ਤੂੰ ਫਤਿਹ ਕਰ ਲਵੇਂਗਾ। ਉਹ ਚਿੱਤ ਦਾ ਸਿਹਰਾ ਤੇਰੇ ਮੱਥੇ ਤੇ ਵੱਜੇਗਾ ਔਰ ਤੈਨੂੰ ਦੋਵਾਂ ਪਾਸਿਆਂ ਤੋਂ ਵਡਿਆਈ ਦਵਾਵਾਂਗੇ। ਵਿਜੈ ਕਾਮਰੂ ਕੀ ਹੋਏ ਜਾਏ। ਕਾਮਰੂ ਦੇਸ਼ ਨੂੰ ਫਤਿਹ ਕਰਕੇ ਵਿਜੇ ਕਰਕੇ ਜਾਵੇਂਗਾ। ਸ਼੍ਰੀ ਨਾਨਕ ਕੋ ਮਹਿਦ ਪ੍ਰਤਾਪੂ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੱਡਾ ਪ੍ਰਤਾਪ ਹੈ। ਸਤਿਗੁਰੂ ਨਾਨਕ ਦੇਵ ਜੀ ਦੀ ਵੱਡੀ ਮਹਿਮਾ ਹੈ। ਤਿਸ ਤੇ ਜਸ ਲਹਿ ਬਹੁ ਆਪੂ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਹੈ ਰਾਜਾ ਬਿਸ਼ਨ ਸਿੰਘ ਤੈਨੂੰ ਬੜਾ ਜਸ ਮਿਲੇਗਾ, ਬੜੀ ਸੋਭਾ ਮਿਲੇਗੀ। ਸੁਖ ਕੇ ਸਹਿਤ ਸਦਨ ਮਹਿ ਮਿਲ ਹੈ। ਔਰ ਤੂੰ ਜੰਗ ਜਿੱਤ ਕੇ ਫਤਿਹਯਾਬੀ ਹਾਸਲ ਕਰਕੇ ਵਾਪਸ ਆਪਣੀ ਰਾਜਧਾਨੀ ਜਾਏਗਾ। ਆਪਣੀ ਮਾਤਾ ਨੂੰ, ਆਪਣੀ ਪਤਨੀ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਸੁੱਖ ਨਾਲ ਮਿਲੇਗਾ। ਰਹਿ ਕੇਤਕ ਦਿਨ ਮਹਿ ਪੁਨ ਚਲ ਹੈ। ਕੁਝ ਦਿਨ ਦੀ ਗੱਲ ਰਹਿ ਗਈ ਹੈ। ਆਪਾਂ ਇੱਥੇ ਮੋਰਚਾ ਫਤਿਹ ਕਰਕੇ ਫਿਰ ਘਰ ਚੱਲਾਂਗੇ ਵਾਪਸ ਸੁੱਖਾਂ ਦੇ ਨਾਲ। ਅਬ ਕੇ ਇਸਤਰੀ ਟਾਮਨ ਹਾਰੀ। ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਐਤਕੀ ਜਿਹੜੀਆਂ ਜਾਦੂਗਰਨੀਆਂ ਜਾਦੂ ਕਰਨ ਵਾਸਤੇ ਆਉਣਗੀਆਂ। ਜਬ ਆਵਹਿ ਲਸ਼ਕਰ ਦਿਸ਼ ਸਾਰੀ। ਜਦੋਂ ਜਾਦੂਗਰਨੀਆਂ ਤੁਹਾਡੀ ਫੌਜ ਵੱਲ ਹਮਲਾ ਕਰਨਗੀਆਂ, ਜਾਦੂ ਟੂਣੇ ਦਾ ਵਾਰ ਕਰਨ ਵਾਸਤੇ ਜਾਂ ਡਰਾਉਣ ਵਾਸਤੇ ਆਉਣਗੀਆਂ, ਤਤ ਛਿਨ ਸੁਧ ਹਮ ਨਿਕਟ ਪੁਚਾਵ ਹੋ। ਉਸੇ ਵੇਲੇ ਸਾਨੂੰ ਖਬਰ ਕਰ ਦਮੀ, ਆਪੇ ਹੀ ਸੰਭਾਲ ਲਵਾਂਗੇ। ਬੇਗ ਤੁਰੰਗ ਸੂਰ ਚੜਾਵ ਹੋ। ਉੱਥੇ ਜਿੱਥੇ ਤੁਹਾਡਾ ਮੋਰਚਾ ਹੈ ਉੱਥੇ ਉਹਨਾਂ ਨੇ ਹਮਲਾ ਕਰਨਾ, ਜਾਦੂਗਰਨੀਆਂ ਨੇ ਡਰਾਉਣ ਵਾਸਤੇ ਆਉਣਾ। ਤੁਸੀਂ ਘੋੜ ਸਵਾਰ ਦੇ ਰਾਹੀਂ ਸਾਨੂੰ ਬੁਲਾ ਲਿਆ ਜੇ, ਖਬਰ ਕਰ ਦਿਆ ਜੇ ਸਾਨੂੰ। ਹਮ ਦੇਖਹਿ ਪੁਨ ਸ਼ਕਤ ਨ ਰਹੈ। ਅਸੀਂ ਦੇਖਾਂਗੇ ਉਹਨਾਂ ਜਾਦੂਗਰਨੀਆਂ ਦੀ ਸ਼ਕਤੀ ਕਿੰਨੀ ਕੁ ਹੈ। ਜਦੋਂ ਅਸੀਂ ਉਹਨਾਂ ਵੱਲ ਨਿਗਾਹ ਭਰ ਕੇ ਤੱਕਾਂਗੇ ਉਹਨਾਂ ਦੀ ਸਾਰੀ ਸ਼ਕਤੀ ਖਿੱਚ ਲਵਾਂਗੇ। ਛੂਛੀ ਹੋਏ ਤਿਸੀ ਥਲ ਬਹਿ। ਮਹਾਰਾਜ ਕਹਿੰਦੇ ਜਦੋਂ ਸ਼ਕਤੀ ਉਹਨਾਂ ਦੀ ਖਾਲੀ ਕਰ ਦਿਆਂਗੇ, ਖਿੱਚ ਦਿਆਂਗੇ, ਸਾਰੀ ਤਾਕਤ ਉਹਨਾਂ ਦੀ ਤੰਤਰਾਂ ਮੰਤਰਾਂ ਜੰਤਰਾਂ ਦੀ ਖਾਲੀ ਹੋ ਕੇ ਉੱਥੇ ਡਿੱਗ ਪੈਣਗੀਆਂ, ਉੱਥੇ ਹੀ ਬੈਠ ਜਾਣਗੀਆਂ। ਹਿਰਦੈ ਸੰਦੇਹ ਨਾ ਕੀਜਹਿ ਕਦਾ। ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰਾਜਾ ਬਿਸ਼ਨ ਸਿੰਘ ਕਦੀ ਵੀ ਮਨ 'ਚ ਸ਼ੰਕਾ ਨਹੀਂ ਕਰਨਾ। ਮਨ ਵਿੱਚ ਕਿਸੇ ਤਰ੍ਹਾਂ ਦਾ ਡਰ ਭੈ ਖੌਫ ਨਹੀਂ ਮੰਨਣਾ। ਧਰੋ ਆਨੰਦ ਬਿਲੰਦੈ ਸਦਾ। ਸਦਾ ਹੀ ਆਨੰਦ ਪ੍ਰਸੰਨ ਰਹਿਣਾ ਹੈ। ਸੁਨ ਸਤ ਗੁਰ ਕੇ ਬਾਕ ਸੁਹਾਏ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਐਸੇ ਬਚਨ ਸੁਣ ਕਰਕੇ ਬਹਿਓ ਪ੍ਰਵਾਹ ਤਰੀ ਜਨ ਪਾਏ। ਕਹਿੰਦੇ ਰਾਜਾ ਬਿਸ਼ਨ ਸਿੰਘ ਨੂੰ ਇੰਨਾ ਹੌਸਲਾ ਹੋਇਆ ਵੀ ਜਿਵੇਂ ਕੋਈ ਦਰਿਆ 'ਚ ਡੁੱਬ ਰਿਹਾ ਹੋਵੇ, ਨਦੀ 'ਚ ਰੁੜਦਾ ਜਾਂਦਾ ਹੋਵੇ ਤੇ ਉਹਨੂੰ ਕਿਸ਼ਤੀ ਮਿਲ ਜਾਵੇ। ਜਿਵੇਂ ਡੁੱਬਦੇ ਨੂੰ ਤਾਂ ਤਿਣਕੇ ਦਾ ਸਹਾਰਾ ਹੀ ਬੜਾ ਹੁੰਦਾ ਹੈ, ਪਰ ਜੇ ਜਹਾਜ਼ ਮਿਲ ਜਾਵੇ ਤਾਂ ਫਿਰ ਕਿਆ ਕਹਿਣੇ ਹਨ। ਰਾਜਾ ਬਿਸ਼ਨ ਸਿੰਘ ਘਬਰਾਇਆ ਹੋਇਆ ਸੀ, ਜਾਦੂਗਰਨੀਆਂ ਦੇ ਜਾਦੂ ਟੂਣਿਆਂ ਤੋਂ ਡਰਿਆ ਹੋਇਆ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨੂੰ ਆਸ਼ਵਾਸਨ ਦਿੱਤਾ ਵੀ ਤੂੰ ਘਬਰਾ ਨਾ, ਹੁਣ ਜਦੋਂ ਵੀ ਤੁਹਾਡੇ ਤੇ ਜਾਦੂਗਰਨੀਆਂ ਅਟੈਕ ਕਰਨ ਸਾਨੂੰ ਖਬਰ ਕਰ ਦਿਆ ਜੇ।
ਅਸੀਂ ਉਹਨਾਂ ਵੱਲ ਨਿਗਾਹ ਭਰ ਕੇ ਤੱਕਾਂਗੇ ਤੇ ਉਹਨਾਂ ਦੀ ਸਾਰੀ ਸ਼ਕਤੀ ਖਿੱਚ ਲਵਾਂਗੇ। ਫਿਰ ਉਹਨਾਂ ਦਾ ਕੋਈ ਜਾਦੂ ਟੂਣਾ ਧਾਗਾ ਤਵੀਤ ਕੋਈ ਜੰਤਰ ਮੰਤਰ ਨਹੀਂ ਚੱਲੇਗਾ। ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਬਚਨ ਕੀਤਾ, ਰਾਜਾ ਬਿਸ਼ਨ ਸਿੰਘ ਦੇ ਸਾਹ 'ਚ ਸਾਹ ਆ ਗਿਆ, ਜਾਨ 'ਚ ਜਾਨ ਆ ਗਈ। ਹਰਖ ਭਰਿਓ ਔਰ ਭੂਪ ਉਦਾਰੇ। ਰਾਜਾ ਬਿਸ਼ਨ ਸਿੰਘ ਬੜਾ ਹੀ ਖੁਸ਼ ਹੋਇਆ ਇਸ ਗੱਲ ਨੂੰ ਸੁਣ ਕੇ। ਮਨ ਹੋ ਕਲਪ ਤਰ ਲਹਿਓ ਸੁਖਾਰੇ। ਇੰਨਾ ਖੁਸ਼ ਹੋਇਆ, ਇੰਨਾ ਉਹਨੂੰ ਸੁੱਖ ਮਿਲਿਆ ਵੀ ਜਿਵੇਂ ਕਿਸੇ ਗਰੀਬ ਬੰਦੇ ਦੇ ਘਰ ਵਿੱਚ ਕਲਪ ਬਿਰਛ ਲੱਗ ਜਾਵੇ। ਕਲਪ ਬਿਰਛ ਜਿਹੜਾ ਸਾਧ ਸੰਗਤ ਜੀ ਜਿਹੜੀ ਵੀ ਕਲਪਨਾ ਕਰੀਏ ਉਹੀ ਫਲ ਦੇ ਦਿੰਦਾ। ਕਲਪ ਬਿਰਛ ਦੇ ਕੋਲੋਂ ਅੰਬ ਮੰਗੋ ਤੇ ਅੰਬ ਖਾ ਲਓ, ਸੇਬ ਮੰਗੋ ਸੇਬ ਖਾ ਲਓ, ਸੰਤਰੇ ਮੰਗੋ ਸੰਤਰੇ ਖਾ ਲਓ, ਜਾਂ ਕਹਿ ਲਓ ਵੀ ਹੋਰ ਵੀ ਜਿੱਦਾਂ ਦੀਆਂ ਕੋਈ ਮਨੋਕਾਮਨਾ ਹੋਣ ਉਹ ਵੀ ਇਹ ਪੂਰੀ ਹੋ ਜਾਂਦੀਆਂ ਕਲਪ ਬਿਰਛ ਦੇ ਥੱਲੇ ਬੈਠ ਕੇ। ਪਰ ਕਲਪ ਬਿਰਛ ਜਿਹੜਾ ਹੈ ਉਹ ਰਹਿੰਦਾ ਸਵਰਗਾਂ ਵਿੱਚ ਹੈ, ਮਾਤ ਲੋਕ ਤੇ ਕਿਸੇ ਦੇ ਘਰ ਆਉਂਦਾ ਨਹੀਂ। ਤੋ ਜਿਹਦੇ ਘਰ ਕਲਪ ਬਿਰਛ ਆ ਗਿਆ ਸਮਝੋ ਸਾਰੇ ਹੀ ਸੁੱਖ ਆ ਗਏ। ਕ੍ਰਿਸ਼ਨ ਜੀ ਨੇ ਆਪਣੀ ਪਤਨੀ ਸਤਭਾਮਾ ਦਾ ਕਹਿਣਾ ਮੰਨ ਕੇ ਆਪਣੀ ਗੋਪੀਆਂ ਵਾਸਤੇ ਲਿਆਂਦਾ ਸੀ ਨਾ ਸਵਰਗ ਦੇ ਵਿੱਚੋਂ। ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ। ਤੇ ਉਹ ਪਾਰ ਜਾਤ ਦੀ ਇਹ ਵਡਿਆਈ ਹੈ ਵੀ ਉਹਦੇ ਕੋਲ ਜਿਹੜਾ ਵੀ ਫਲ ਮੰਗੋ ਉਹੀ ਮਿਲਦਾ ਹੈ। ਜਗ ਮਹਿ ਸੋ ਜਸ ਮੋਹਿ ਹੋਇ ਐਸੇ। ਕਹਿੰਦੇ ਰਾਜਾ ਬਿਸ਼ਨ ਸਿੰਘ ਬੜਾ ਖੁਸ਼ ਹੋਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਤਾਂ ਮੈਨੂੰ ਕਲਪ ਬਿਰਛ ਮਿਲ ਗਏ ਹਨ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸਤਿਗੁਰੂ ਗਰੀਬ ਨਵਾਜ ਦੀ ਕਿਰਪਾ ਨਾਲ ਮੈਂ ਛੇਤੀ ਹੀ ਫਤਿਹਯਾਬੀ ਹਾਸਲ ਕਰਾਂਗਾ। ਭੂਪਤ ਮਾਨ ਨ ਪਾਇਓ ਜੈਸੇ। ਜੋ ਮੇਰੇ ਰਾਜੇ ਮਾਨ ਸਿੰਘ ਨੂੰ ਦਾਦੇ ਮੇਰੇ ਨੂੰ ਪ੍ਰਾਪਤ ਨਹੀਂ ਹੋਈ ਜਿੱਤ, ਉਹ ਮੈਨੂੰ ਪ੍ਰਾਪਤ ਹੋ ਜਾਵੇਗੀ। ਹਾਥ ਜੋੜ ਕਰ ਪਗ ਪਰ ਨਮੋ। ਹੱਥ ਜੋੜ ਕੇ ਰਾਜੇ ਬਿਸ਼ਨ ਸਿੰਘ ਨੇ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਆਇਸ ਪਾਏ ਗਇਓ ਤਿਹ ਸਮੋ। ਔਰ ਸਤਿਗੁਰੂ ਜੀ ਦੀ ਆਗਿਆ ਪਾ ਕੇ ਰਾਜਾ ਬਿਸ਼ਨ ਸਿੰਘ ਆਪਣੇ ਸਿਵਰ ਵਿੱਚ ਚਲਾ ਗਿਆ। ਸਭ ਲਸ਼ਕਰ ਕੋ ਧੀਰਜ ਦੀਨਾ। ਔਰ ਆਪਣੇ ਸਿਵਰ ਵਿੱਚ ਜਾ ਕੇ ਰਾਜੇ ਬਿਸ਼ਨ ਸਿੰਘ ਨੇ ਆਪਣੀ ਫੌਜ ਨੂੰ, ਆਪਣੇ ਸਾਰੇ ਸੈਨਾਪਤੀਆਂ ਨੂੰ, ਆਪਣੇ ਸਿਪਾਹੀਆਂ ਨੂੰ ਹੌਸਲਾ ਦਿੱਤਾ, ਧੀਰਜ ਦਿੱਤਾ ਹੈ। ਰਹੋ ਸੁਚੇਤ ਤਰਾਸ ਕਰ ਛੀਨਾ। ਬਈ ਤੁਸੀਂ ਮਨ 'ਚ ਹੁਣ ਡਰ ਨਾ ਰੱਖੋ, ਕੋਈ ਜਾਦੂਗਰਨੀਆਂ ਨੂੰ ਵੇਖ ਕੇ ਘਬਰਾਣਾ ਨਹੀਂ। ਸੁਚੇਤ ਜ਼ਰੂਰ ਰਹਿਣਾ, ਤਿਆਰ ਪਰ ਤਿਆਰ ਰਹਿਣਾ, ਨਿਗਾਹ ਰੱਖਣੀ ਹੈ। ਦੁਸ਼ਮਣ ਦੇ ਹਰ ਕੰਮ ਦੇ ਉੱਤੇ, ਦੁਸ਼ਮਣ ਦੀ ਹਰ ਹਰਕਤ ਉੱਤੇ ਨਿਗਾਹ ਰੱਖਣੀ ਤਾਂ ਫੌਜ ਦਾ ਨਿਯਮ ਹੁੰਦਾ ਹੈ। ਸੋ ਤੁਸੀਂ ਰਹਿਣਾ ਸੁਚੇਤ ਹੈ ਪਰ ਡਰਨਾ ਨਹੀਂ। ਗੁਰੂ ਸਾਹਿਬ ਹੁਣ ਸਾਡੀ ਸਹਾਇਤਾ ਕਰਨਗੇ। ਇਸਤਰੀ ਜਬ ਆਵਹਿ ਤਬ ਦੇਖੋ। ਜਦੋਂ ਕੋਈ ਇਸਤਰੀ ਕਾਮਰੂਪ ਦੇਸ਼ ਵੱਲੋਂ ਜਾਦੂ ਟੂਣਾ ਕਰਨ ਵਾਸਤੇ ਕੋਈ ਭਿਆਨਕ ਰੂਪ ਬਣਾ ਕੇ, ਕੋਈ ਡਰਾਉਣੀ ਸ਼ਕਲ ਬਣਾ ਕੇ ਆਵੇ ਤਾਂ ਦੇਖਦੇ ਰਹਿਣਾ ਹੈ। ਤਾਤ ਕਾਲ ਸੁਧ ਦੇਹੋ ਪਰੇਖੋ। ਉਹਦੀ ਖਬਰ ਮੈਨੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਫਟਾਫਟ ਪਹੁੰਚਾਣੀ ਹੈ। ਗਹਿ ਤਿਨਹੋ ਕੋ ਜਾਨ ਨ ਦਹਿ। ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਸੀ ਵੀ ਅਸੀਂ ਉਹਨਾਂ ਜਾਦੂਗਰਨੀਆਂ ਦਾ ਜਾਦੂ ਫੇਲ ਕਰ ਦਿਆਂਗੇ ਤੇ ਉਹਨਾਂ ਨੂੰ ਵਾਪਸ ਮੁੜ ਕੇ ਜਾਣ ਜੋਗੀਆਂ ਨਹੀਂ ਛੱਡਾਂਗੇ। ਬਹੁਰ ਕਾਮਰੂ ਪਤ ਫਲ ਪਹਿ। ਫਿਰ ਕਾਮਰੂ ਦੇਸ਼ ਦੇ ਰਾਜੇ ਨੂੰ ਪਤਾ ਲੱਗੇਗਾ ਵੀ ਜਾਦੂ ਟੂਣਿਆਂ ਦੇ ਨਾਲ ਇਹ ਮੋਰਚਾ ਨਹੀਂ ਫਤਿਹ ਹੋਣਾ। ਇਮ ਭੂਪਤ ਕੀਨਸ ਤਕਰਾਈ। ਇਸ ਤਰ੍ਹਾਂ ਰਾਜੇ ਬਿਸ਼ਨ ਸਿੰਘ ਨੇ ਆਪਣੀ ਫੌਜ ਨੂੰ ਤਕੜਾਈ ਕਰਨ ਦਾ ਹੁਕਮ ਦਿੱਤਾ ਹੈ। ਏਕ ਜਾਮਨੀ ਜਬ ਹੈ ਬਤਾਈ। ਤੇ ਰਾਤ ਦਾ ਇੱਕ ਪੈਰ ਜਦੋਂ ਬਤੀਤ ਹੋ ਗਿਆ, ਪਈ ਪ੍ਰਭਾਤ ਚਮੂ ਪਟ ਜਾਗੇ। ਇੱਕ ਰਾਤ ਪੂਰੀ ਬੀਤ ਗਈ ਤੇ ਜਦੋਂ ਅਗਲਾ ਦਿਨ ਚੜਿਆ,
ਅਗਲੇ ਦਿਨ ਫੌਜ ਜਾਗੀ ਹੈ, ਸਾਰੇ ਸੂਰਮੇ ਉੱਠੇ ਹਨ, ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕੀਤੇ ਹਨ। ਤਿਨ ਇਸਤਰੀਨ ਕੋ ਖੋਜਨ ਤੇ ਲਾਗੇ। ਉਹ ਫੌਜੀ ਜਿਹੜੇ ਸਨ ਉਹਨਾਂ ਇਸਤਰੀਆਂ ਦੀ ਖੋਜ ਕਰਨ ਲੱਗੇ ਨੇ ਵੀ ਕਿੱਧਰੋਂ ਕਿੱਧਰੋਂ ਆਉਂਦੀਆਂ ਡਰਾਉਣੀਆਂ ਸ਼ਕਲਾਂ ਬਣਾ ਕੇ। ਜਿਸ ਦੇਸ਼ ਤੇ ਆਵਤ ਤਿਤ ਹੇਰਾ। ਜਿੱਧਰੋਂ ਆਉਂਦੀਆਂ ਹੁੰਦੀਆਂ ਸਨ ਡਰਾਉਣ ਵਾਸਤੇ, ਉਧਰ ਫੌਜੀਆਂ ਨੇ ਆਪਣੀ ਨਿਗਾਹ ਲਾ ਲਈ ਹੈ, ਉਧਰ ਤੱਕੀ ਜਾਂਦੇ ਹਨ। ਭਏ ਸੁਚੇਤ ਪਰਸ ਪਰ ਟੇਰਾ। ਤੇ ਕਹਿੰਦੇ ਆਪਸ ਵਿੱਚ ਗੱਲਾਂ ਕਰਦੇ ਨੇ, ਸਾਵਧਾਨ ਹੋ ਕੇ ਪਹਿਰਾ ਦਿੰਦੇ ਨੇ। ਅਬ ਕੇ ਗਹਿ ਲੇਵਹਿ ਤਿਨ ਕਾਮਨ। ਕਹਿੰਦੇ ਐਤਕੀ ਆਪਾਂ ਨਹੀਂ ਜਾਣ ਦੇਣੀਆਂ, ਐਤਕੀ ਉਹਨਾਂ ਜਾਦੂਗਰਨੀਆਂ ਨੂੰ, ਉਹਨਾਂ ਕਾਮਨਾ ਨੂੰ ਪਕੜ ਲੈਣਾ ਹੈ ਤੇ ਉਹਨਾਂ ਇਸਤਰੀਆਂ ਨੂੰ ਫੜ ਕੇ ਗੁਰੂ ਸਾਹਿਬ ਦੇ ਪੇਸ਼ ਕਰਨਾ ਹੈ। ਕਰਤ ਅਨੇਕ ਰੀਤ ਜੇ ਟਾਮਨ। ਜਿਹੜੀਆਂ ਅਨੇਕਾਂ ਤਰ੍ਹਾਂ ਦੇ ਜਾਦੂ ਟੂਣੇ ਕਰਦੀਆਂ, ਐਤਕੀ ਕੋਈ ਜਾਦੂ ਟੂਣਾ ਉਹਨਾਂ ਦਾ ਨਹੀਂ ਚੱਲੇਗਾ। ਇਤਨੇ ਮਹਿ ਆਈ ਇਕ ਤੋਬਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਤਨੇ ਨੂੰ ਇੱਕ ਧੋਬਣ, ਧੋਬੀ ਜਾਤ ਦੀ ਧੂਬੜੀ ਜਿਹਦੇ ਨਾਂ ਤੇ ਅੱਜ ਕੱਲ ਉੱਥੇ ਸ਼ਹਿਰ ਵਸਿਆ ਹੋਇਆ। ਗੁਰਦੁਆਰੇ ਦਾ ਨਾਮ ਵੀ ਧੂਬੜੀ ਸਾਹਿਬ ਹੈ। ਬ੍ਰਹਮਪੁੱਤਰ ਦਰਿਆ ਦੇ ਕੰਢੇ ਦੇ ਉੱਤੇ ਹੈ। ਬਹੁਤ ਰਮਣੀਕ ਸੁੰਦਰ ਜਗ੍ਹਾ ਹੈ ਸਾਧ ਸੰਗਤ ਜੀਓ। ਬਹੁਤ ਵੱਡਾ ਦਰਿਆ ਹੈ, ਲਗਭਗ 4-5 ਕੋਹ ਦਾ ਪਹਾੜ ਹੈ ਦਰਿਆ ਦਾ। ਕਈ ਮੀਲਾਂ ਵਿੱਚ ਦਰਿਆ ਫੈਲਿਆ ਹੋਇਆ ਹੈ। ਉਹਦੇ ਕੰਢੇ ਤੇ ਗੁਰਦੁਆਰਾ ਹੈ ਧੂਬੜੀ ਸਾਹਿਬ, ਤੇ ਸ਼ਹਿਰ ਦਾ ਨਾਮ ਵੀ ਧੂਬੜੀ ਹੈ। ਉਹ ਧੋਬਣ ਦੇ ਨਾਂ ਵਿੱਚ ਹੈ ਤੇ ਦਰਖਤ ਤੇ ਬੈਠੀ ਹੋਈ ਹੈ ਤੇ ਦਰਖਤ ਨੂੰ ਉਡਾ ਕੇ ਲਿਆ ਰਹੀ ਹੈ। ਤਤ ਛਿਨ ਇੱਕ ਚੜਾਏ ਅਸਵਾਰ। ਤੇ ਇਧਰੋਂ ਰਾਜੇ ਬਿਸ਼ਨ ਸਿੰਘ ਨੇ ਉਸੇ ਵੇਲੇ ਇੱਕ ਅਸਵਾਰ ਨੂੰ ਤੁਰੰਗਤ ਵਾਏ ਬੇਗ ਬੜ ਤਾਰ। ਬੜਾ ਤੇਜ਼ ਰਫ਼ਤਾਰ ਘੋੜੇ ਤੇ ਦੌੜਨ ਵਾਲਾ ਸਿਪਾਹੀ ਦੌੜਾਇਆ ਵੀ ਜਾ ਗੁਰੂ ਸਾਹਿਬ ਨੂੰ ਖਬਰ ਕਰ ਦੇ ਵੀ ਇੱਕ ਜਾਦੂਗਰਨੀ ਬੜਾ ਭਿਆਨਕ ਰੂਪ ਬਣਾ ਕੇ ਆ ਰਹੀ ਹੈ। ਸ਼੍ਰੀ ਸਤਿਗੁਰ ਕੋ ਸੁਧ ਕਰ ਦੇਈ। ਤੇ ਗੁਰੂ ਸਾਹਿਬ ਜੀ ਨੂੰ ਰਾਜੇ ਨੇ ਖਬਰ ਕਰ ਦਿੱਤੀ ਹੈ ਵੀ ਮਹਾਰਾਜ ਜਾਦੂਗਰਨੀ ਆ ਗਈ ਹੈ। ਸ਼੍ਰੀ ਪ੍ਰਭ ਪਿਖੋ ਉਤਰਿਆ ਜੋ ਏਈ। ਮਹਾਰਾਜ ਇੱਕ ਨਵੀਂ ਇਸਤਰੀ ਆਈ ਹੈ, ਬੜੀ ਸੁੰਦਰ ਸਰੂਪ ਹੈ, ਜੋਬਨਮਤੀ ਹੈ ਤੇ ਇਹਦੇ ਕੋਲ ਬੜੇ ਜਾਦੂ ਟੂਣੇ ਹਨ ਤੇ ਇਹ ਦਰਖਤ ਦੇ ਉੱਤੇ ਬੈਠੀ ਹੋਈ ਹੈ। ਨਿਕਸੇ ਵਹਿਰ ਬੰਗਲੇ ਸੁਆਮੀ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਬੰਗਲੇ ਤੋਂ ਬਾਹਰ ਨਿਕਲੇ। ਉੱਚੀ ਥਾਂ ਤੇ ਜਿੱਥੇ ਅੱਜ ਕੱਲ ਗੁਰਦੁਆਰਾ ਹੈ ਧੂਬੜੀ ਸਾਹਿਬ, ਇਹ ਮਹਾਰਾਜ ਨੇ ਉੱਚਾ ਸਾਰਾ ਰੇਤੇ ਦਾ ਢੇਰ ਲਵਾ ਕੇ ਉਹਦੇ ਤੇ ਇਹ ਬੰਗਲਾ ਬਣਾਇਆ ਸੀ। ਤੋ ਮਹਾਰਾਜ ਆਪਣੇ ਬੰਗਲੇ ਤੋਂ ਬਾਹਰ ਨਿਕਲੇ ਹਨ। ਤਿਸ ਦੇਸ਼ ਦ੍ਰਿਸ਼ਟਤ ਅੰਤਰਜਾਮੀ। ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਧੋਬਣ ਵੱਲ ਦੇਖਦੇ ਹਨ ਜਿਹੜੀ ਪਰਲੇ ਪਾਸਿਓਂ ਬੜੇ ਭਿਆਨਕ ਰੂਪ ਧਾਰਨ ਕਰਕੇ ਦਰਖਤ ਤੇ ਬੈਠੀ ਆ ਰਹੀ ਹੈ। ਜਬ ਹੈ ਡੀਠ ਸਤਿਗੁਰ ਦਿਆਂਗੀ, ਉਹ ਕੋਈ ਕਹਿ ਸਕਦੇ ਆ ਵੀ 10-15 ਟਨ ਭਾਰੀ ਹੋਵੇਗੀ। ਬਹੁਤ ਵੱਡੀ ਪੱਥਰ ਦੀ ਸਿਲਾ ਹੈ, ਚਟਾਨ ਹੈ ਪੂਰਾ ਇਹ ਕਹਿ ਲਓ ਵੀ ਕਮਰੇ ਤੋਂ ਵੀ ਵੱਡਾ, 10-15 ਫੁੱਟ ਲੰਮਾ ਤੇ ਕੋਈ 4 ਬੰਦਿਆਂ ਦੀ ਜੱਫੀ ਜਾਵੇ ਐਡਾ ਪੱਥਰ ਹੈ। ਉੱਤੋਂ ਸਮਾਨ ਤੋਂ ਲਿਆ ਕੇ ਸੁੱਟਿਆ ਗੁਰੂ ਸਾਹਿਬ ਦੇ ਕੋਲ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਜਿਸ ਦਾ ਸਾਹਿਬ ਡਾਢਾ ਹੋਏ ਤਿਸਨੂੰ ਮਾਰ ਨਾ ਸਕੈ ਕੋਏ। ਫਿਰ ਸਤਿਗੁਰੂ ਜੀ ਨੇ ਉਹਦੇ ਵੱਲ ਨਿਗਾਹ ਭਰ ਕੇ ਤੱਕਿਆ। ਇਸ ਥਲ ਪਇਓ। ਤੇ ਜਿਹੜੇ ਦਰਖਤ ਨੂੰ ਦੁੜਾ ਕੇ ਆ ਰਹੀ ਸੀ, ਦਰਖਤ ਦੇ ਉੱਤੇ ਬੈਠੀ ਸੀ ਔਰ ਦਰਖਤ ਉੱਡਿਆ ਹੁੰਦਾ ਸੀ, ਉਹ ਦਰਖਤ ਵੀ ਉੱਥੇ ਹੀ ਖੜ ਗਿਆ ਜਿੱਥੇ ਸਤਿਗੁਰੂ ਜੀ ਨੇ ਉਸ ਨੂੰ ਨਿਗਾਹ ਦੇ ਨਾਲ ਤੱਕਿਆ ਹੈ। ਹੁਣ ਸ਼ਕਤੀ ਖਤਮ ਹੋ ਗਈ, ਉੱਡਣ ਦੀ, ਬਹਿਣ ਦੀ, ਖਲੋਣ ਦੀ, ਸਾਰੀ ਤਾਕਤ ਹੀ ਖਿੱਚ ਲਈ ਸਤਿਗੁਰਾਂ ਨੇ। ਜਿਵੇਂ ਪੱਥਰ ਦੀ ਮੂਰਤੀ ਹੁੰਦੀ ਹੈ ਨਾ, ਹੀ ਮੁਖ ਮੰਤਰ ਉਚਾਰਤ। ਹਾਰ ਗਈ, ਥੱਕ ਗਈ, ਮੰਤਰ ਪੜ੍ਹੀ ਜਾਂਦੀ ਹੈ ਵੀ ਕੋਈ ਮੰਤਰ ਚੱਲ ਜਾਵੇ। ਬੜੇ ਜੰਤਰ ਮੰਤਰ ਨੂੰ ਆਉਂਦੇ ਸੀ, ਵੱਖਰੇ ਵੱਖਰੇ ਜਾਦੂ ਟੂਣੇ, ਮੰਤਰ ਜੰਤਰ, ਧਾਗੇ ਤਵੀਤ ਸਿੱਖੀ ਹੋਈ ਸੀ। ਆਪਣੇ ਕੰਮ ਦੇ ਵਿੱਚ ਬੜੀ ਪਰਫੈਕਟ ਸੀ, ਪਰ ਉਹਦੀ ਵਿਦਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਫੇਲ ਹੋ ਗਈ ਹੈ। ਕਛੂ ਨਾ ਹੋਤ ਤਰਾਸ ਉਰ ਧਾਰਤ। ਕਹਿੰਦੀ ਜਿਹੜਾ ਵੀ ਮੰਤਰ ਚਲਾਉਂਦੀ ਉਹੀ ਫੇਲ ਹੋ ਜਾਂਦਾ ਹੈ। ਤੇ ਮਨ ਵਿੱਚੋਂ ਡਰ ਗਈ ਹੈ ਵੀ ਮੇਰਾ ਕੋਈ ਮੰਤਰ ਨਹੀਂ ਚੱਲ ਰਿਹਾ,
ਮੈਨੂੰ ਲੱਗਦਾ ਕਿਸੇ ਡਾਢੇ ਮਹਾਂਪੁਰਸ਼ ਨਾਲ ਵਾਹ ਪੈ ਗਿਆ ਹੈ। ਇਤ ਉਤ ਕਰਤ ਬਿਲੋਕਨ ਬਵਰੀ। ਇੱਧਰ ਉੱਧਰ ਝਾਕਣ ਲੱਗ ਪਈ, ਅੱਖਾਂ ਪਾੜ ਪਾੜ ਕੇ ਬੌਰੀ ਹੋ ਗਈ। ਸਮਝ ਨਹੀਂ ਆਉਂਦੀ ਵੀ ਮੈਨੂੰ ਕੀ ਹੋ ਗਿਆ। ਮੇਰੇ ਮੰਤਰਾਂ ਅੱਗੇ ਤਾਂ ਕੋਈ ਠਹਿਰਦਾ ਹੀ ਨਹੀਂ ਸੀ। ਮੈਂ ਤਾਂ ਬੜੇ ਬੜੇ ਵੱਡੇ ਸਿੱਧ ਜੋਗੀ ਵੀ ਆਪਣੇ ਸਾਹਮਣੇ ਨਹੀਂ ਖੜਨ ਦਿੱਤੇ, ਪਰ ਇਹ ਕੌਣ ਨੇ ਜਿਨ੍ਹਾਂ ਨੇ ਮੇਰਾ ਮੰਤਰ ਫੇਲ ਕਰ ਦਿੱਤਾ ਹੈ। ਨਹੀਂ ਤਜਤ ਤਰਵਰ ਸੋ ਠਵਰੀ। ਉਹਦਾ ਦਰਖਤ ਨਹੀਂ ਉੱਥੋਂ ਹਿੱਲਦਾ, ਉਹ ਦਰਖਤ ਹੀ ਉਹਦੀ ਸਵਾਰੀ ਸੀ। ਦਰਖਤ ਦੇ ਉੱਤੇ ਬਹਿ ਕੇ ਫਿਰ ਦਰਖਤ ਨੂੰ ਦੌੜਾਉਂਦੀ ਸੀ। ਹੁਣ ਦਰਖਤ ਦੌੜਦਾ ਹੋਵੇ, ਕੰਧ ਦੌੜਦੀ ਹੋਵੇ, ਵੇਖ ਕੇ ਹਰ ਬੰਦਾ ਡਰ ਜਾਂਦਾ ਵੀ ਇਹ ਤਾਂ ਕੋਈ ਬਲਾ ਹੀ ਹੈ ਜਿਹੜੀ ਦਰਖਤਾਂ ਨੂੰ ਦੌੜਾਈ ਫਿਰਦੀ ਹੈ। ਤੇ ਡਰਾਉਣ ਵਾਸਤੇ ਆਈ ਸੀ, ਪਰ ਹੁਣ ਉਹਦਾ ਦਰਖਤ ਉੱਥੇ ਹੀ ਗੱਡਿਆ ਗਿਆ। ਅੱਗੇ ਝਾਕ ਨਹੀਂ ਸਕਦੀ, ਪਿੱਛੇ ਝਾਕ ਨਹੀਂ ਸਕਦੀ, ਦੇਖ ਨਹੀਂ ਸਕਦੀ ਕਿੱਧਰ ਜਾਵੇ। ਉਹਦੀ ਨਾ ਦਰਖਤ ਦੌੜਦਾ, ਨਾ ਆਪ ਦੌੜਨ ਜੋਗੀ ਰਹੀ ਹੈ। ਮਹਾ ਸਿੱਧ ਕੀ ਦ੍ਰਿਸ਼ਟ ਪਰੀ ਹੈ। ਪਤਾ ਲੱਗ ਗਿਆ ਵੀ ਕਿਸੇ ਸਿੱਧ ਪੁਰਸ਼ ਦੀ, ਕਿਸੇ ਮਹਾਂਪੁਰਸ਼ ਦੀ ਦ੍ਰਿਸ਼ਟੀ ਪੈ ਗਈ ਹੈ, ਜਿਹਦੇ ਅੱਗੇ ਮੇਰਾ ਮੰਤਰ ਜੰਤਰ ਜਾਦੂ ਟੂਣਾ ਧਾਗਾ ਤਵੀਤ ਸਭ ਫੇਲ ਹੋ ਗਿਆ ਹੈ। ਜਿਸ ਤੇ ਮੰਤਰਨ ਸ਼ਕਤ ਹਰੀ ਹੈ। ਕਿ ਮੇਰੇ ਮੰਤਰਾਂ ਦੀ ਸ਼ਕਤੀ ਸਾਰੀ ਕਿਸੇ ਮਹਾਂਪੁਰਸ਼ ਨੇ ਹਰ ਲਈ ਹੈ, ਖਿੱਚ ਲਈ ਹੈ। ਬਹੁ ਲੋਕਨ ਤਬ ਤਾਏ ਧਰੀ ਹੈ। ਤਾਂ ਸਾਧ ਸੰਗਤ ਜੀ ਫੌਜੀਆਂ ਨੇ ਜਾ ਕੇ ਲੋਕਾਂ ਨੇ ਫੜ ਲਈ। ਜੋ ਦੌੜਨਾ ਚਾਹੁੰਦੀ ਸੀ ਪਰ ਦੌੜਨ ਜੋਗੀ ਸ਼ਕਤੀ ਨਹੀਂ ਰਹੀ, ਤਾਂ ਉਹਨੂੰ ਜਾ ਕੇ ਕੈਦ ਕਰ ਲਿਆ, ਕਾਬੂ ਕਰ ਲਿਆ। ਨਿਕਟ ਕਾਰਨ ਗੁਰੂ ਕਰੀ ਹੈ। ਮਹਾਰਾਜ ਕਹਿੰਦੇ ਇਹਨੂੰ ਕਹਿਣਾ ਕੁਛ ਨਹੀਂ, ਸਾਡੇ ਕੋਲ ਲੈ ਆਓ। ਫੌਜੀ ਉਹਨੂੰ ਬਾਂਹ ਤੋਂ ਫੜ ਕੇ ਸਤਿਗੁਰਾਂ ਦੇ ਸਾਹਮਣੇ ਲਿਆ ਖੜਾ ਕੀਤਾ। ਗਹਿ ਆਨੀ ਔਰ ਅਦਕ ਡਰੀ ਹੈ। ਜਦੋਂ ਜਾਦੂਗਰਨੀ ਫੜ ਕੇ ਲਿਆਂਦੀ ਨਾ ਗੁਰੂ ਸਾਹਿਬ ਦੇ ਸਾਹਮਣੇ, ਮਨ ਵਿੱਚ ਬਹੁਤ ਜ਼ਿਆਦਾ ਭੈ ਭੀਤ ਹੋ ਗਈ, ਡਰ ਗਈ। ਉਹਦਾ ਤਾਂ ਰੰਗ ਉੱਡ ਗਿਆ ਵੀ ਹੁਣ ਮੈਨੂੰ ਮਾਰ ਦੇਣਗੇ। ਹੇਰ ਰੂਪ ਕੋ ਪਾਏ ਭਰੀ ਹੈ। ਪਰ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਸੁੰਦਰ ਸਰੂਪ ਦੇ ਦਰਸ਼ਨ ਕੀਤੇ, ਮਹਾਰਾਜ ਦਾ ਜਾਹੋ ਜਲਾਲ ਵੇਖਿਆ, ਸਤਿਗੁਰਾਂ ਦੇ ਚਿਹਰੇ ਦਾ ਤਿਆਗ ਬੈਰਾਗ ਸ਼ਾਂਤੀ ਦਾ, ਮਹਾਰਾਜ ਸੱਚੇ ਪਾਤਸ਼ਾਹ ਦਾ ਸੂਰਜ ਵਰਗਾ ਨੂਰ ਪ੍ਰਕਾਸ਼ ਵੇਖਿਆ, ਤਾਂ ਉਸ ਵੇਲੇ ਉਹ ਚਰਨਾਂ ਤੇ ਢਹਿ ਪਈ। ਮਹਾ ਪ੍ਰਤਾਪ ਆਪ ਕੋ ਅਹ। ਹੱਥ ਜੋੜ ਕੇ ਕਹਿਣ ਲੱਗੀ, ਹੇ ਸੱਚੇ ਪਾਤਸ਼ਾਹ ਜੀ, ਆਪ ਦਾ ਬਹੁਤ ਵੱਡਾ ਪ੍ਰਤਾਪ ਹੈ। ਮਹਾ ਪ੍ਰਤਾਪੀ ਮਹਾਂਪੁਰਸ਼ੋ, ਤੁਹਾਡੇ ਸਾਹਮਣੇ ਮੇਰਾ ਕੋਈ ਜਾਦੂ ਟੂਣਾ ਧਾਗਾ ਤਵੀਰ ਜੰਤਰ ਮੰਤਰ ਨਹੀਂ ਚੱਲ ਸਕਿਆ। ਜਿਹੇ ਸਮ ਸਰਤਾ ਕੋਏ ਨ ਲਹੈ। ਹੇ ਪਾਤਸ਼ਾਹ ਜੀਓ, ਤੁਹਾਡੇ ਸਾਹਮਣੇ ਅਸੀਂ ਕੀ ਚੀਜ਼ ਹਾਂ? ਤੁਹਾਡੀ ਬਰਾਬਰੀ ਅਸੀਂ ਨਹੀਂ ਕਰ ਸਕਦੇ। ਤੁਹਾਡੀ ਬਰਾਬਰੀ ਤਾਂ ਦੁਨੀਆ ਦਾ ਕੋਈ ਵੀ ਜਾਦੂਗਰ ਨਹੀਂ ਕਰ ਸਕਦਾ। ਮੈਂ ਬਿਲੋਕ ਤੁਮ ਨੀਕੇ ਜਾਣੇ। ਮਹਾਰਾਜ ਮੈਂ ਤੁਹਾਨੂੰ ਦੇਖ ਕੇ ਪਛਾਣ ਲਿਆ ਹੈ, ਚੰਗੀ ਤਰ੍ਹਾਂ ਜਾਣ ਲਿਆ ਹੈ। ਭਏ ਵਿਸ਼ਨ ਅਵਤਾਰ ਪਛਾਨੇ। ਤੁਸੀਂ ਤਾਂ ਪਰਮੇਸ਼ਰ ਦਾ ਅਵਤਾਰ ਹੋ, ਉਸ ਅਕਾਲ ਪੁਰਖ ਨਿਰੰਕਾਰ ਵਿਸ਼ਨੂੰ ਦਾ ਅਵਤਾਰ ਹੋ। ਤੁਸੀਂ ਦੁਨੀਆ ਦੇ ਵਿੱਚ ਆਏ ਹੋ। ਅਪਰ ਬਿਖੈ ਇਮ ਸ਼ਕਤ ਨ ਹੋਈ। ਮਹਾਰਾਜ ਹੋਰ ਕਿਸੇ 'ਚ ਤਾਕਤ ਨਹੀਂ, ਕਿਸੇ 'ਚ ਸ਼ਕਤੀ ਨਹੀਂ ਜਿਹੜਾ ਸਾਡਾ ਮੰਤਰ ਜੰਤਰ ਰੋਕ ਲਵੇ। ਤੁਸੀਂ ਹੋ ਮਹਾਰਾਜ ਜਿਨ੍ਹਾਂ ਨੇ ਸਾਡੇ ਜਾਦੂ ਟੂਣੇ ਸਾਰੇ ਹੀ ਫੇਲ ਕਰ ਦਿੱਤੇ ਹਨ। ਹੇਰਤ ਹਮਹਿ ਹਰਾਵਹਿ ਜੋਈ। ਹੋਰ ਕੋਈ ਧਰਤੀ ਤੇ ਮਾਈ ਦਾ ਲਾਲ ਜੰਮਿਆ ਨਹੀਂ, ਕੋਈ ਦੇਵੀ ਦੇਵਤਾ ਵੀ ਸਾਡਾ ਮੰਤਰ ਨਹੀਂ ਰੋਕ ਸਕਦਾ ਸਿਵਾਏ ਭਗਵਾਨ ਤੋਂ। ਤੇ ਤੁਸੀਂ ਭਗਵਾਨ ਦਾ ਹੀ ਰੂਪ ਹੋ, ਪਰਮੇਸ਼ਰ ਦਾ ਅਵਤਾਰ ਹੋ, ਜਿਨ੍ਹਾਂ ਨੇ ਸਾਡਾ ਜਾਦੂ ਟੂਣਾ ਨਹੀਂ ਚੱਲਣ ਦਿੱਤਾ। ਸਭ ਜਗ ਕੇ ਸੁਆਮੀ ਤੁਮ ਅਹੋ। ਹੇ ਸੱਚੇ ਪਾਤਸ਼ਾਹ, ਸਾਰੇ ਜਗਤ ਦੇ ਸੁਆਮੀ, ਜਗਤ ਦੇ ਮਾਲਕ ਹੋ ਆਪ ਜੀ। ਕਾਰਨ ਕਰਨ ਸਰਬ ਨਿਰਭਉ। ਹੇ ਸਤਿਗੁਰੂ ਜੀ, ਆਪ ਕਾਰਨ ਕਰਨ ਸਮਰੱਥ ਹੋ, ਸਾਰੇ ਕਾਰਜ ਆਪ ਕਰਨ ਵਿੱਚ ਸੰਪੂਰਨ ਹੋ। ਆਪ ਜੀ ਸਾਰੇ ਕੰਮ ਨਿਭਾ ਸਕਦੇ ਹੋ। ਕਿਮ ਸਹਾਏ ਤੁਰਕੇਸ਼ਰ ਭਏ। ਪਰ ਮੈਨੂੰ ਸੱਚੇ ਪਾਤਸ਼ਾਹ ਇੱਕ ਗੱਲ ਨਹੀਂ ਸਮਝ ਆਉਂਦੀ, ਤੁਸੀਂ ਪਾਪੀ ਬੰਦਿਆਂ ਦੀ ਮਦਦ ਤੇ ਕਿਉਂ ਆ ਗਏ ਹੋ? ਔਰੰਗਜ਼ੇਬ ਪਾਪੀ ਬੰਦਾ ਹੈ, ਉਹ ਸਾਡੇ ਦੇਸ਼ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਹਨੇ ਰਾਜੇ ਬਿਸ਼ਨ ਸਿੰਘ ਨੂੰ ਭੇਜਿਆ ਹੈ। ਤੇ ਮਹਾਰਾਜ ਅਸੀਂ ਹਿੰਦੂ ਲੋਕ ਹਾਂ, ਆਪਣੇ ਧਰਮ ਦੇ ਵਿੱਚ ਆਜ਼ਾਦ ਰਹਿਣਾ ਚਾਹੁੰਦੇ ਹਾਂ ਆਪਣੇ ਦੇਸ਼ ਦੇ ਵਿੱਚ। ਤੁਸੀਂ ਮਹਾਰਾਜ ਸਾਨੂੰ ਗੁਲਾਮ ਕਰਾਉਣਾ ਚਾਹੁੰਦੇ ਹੋ।
ਇਹਨਾਂ ਤੁਰਕਾਂ ਦਾ, ਇਹਨਾਂ ਮੁਗਲਾਂ ਦਾ। ਮਹਾਰਾਜ ਇਹ ਜਾਦੂ ਟੂਣਾ ਕਰਕੇ ਇਹਨਾਂ ਨੂੰ ਅਸੀਂ ਭਜਾ ਸਕਦੇ ਹਾਂ, ਪਰ ਤੁਹਾਡੇ ਅੱਗੇ ਹੁਣ ਸਾਡਾ ਵਸ ਨਹੀਂ ਚੱਲਦਾ। ਤੇ ਮੈਂ ਤੁਹਾਥੋਂ ਇਹ ਪੁੱਛਦੀ ਹਾਂ ਸੱਚੇ ਪਾਤਸ਼ਾਹ, ਤੁਸੀਂ ਇਹਨਾਂ ਤੁਰਕਾਂ ਦਾ, ਇਹਨਾਂ ਮੁਗਲਾਂ ਦਾ ਸਾਥ ਕਿਉਂ ਦੇ ਰਹੇ ਹੋ? ਇਸ ਰਾਜਾ ਪਰ ਚੜ ਕਰ ਇਹ ਸਾਡਾ ਰਾਜਾ ਹਿੰਦੂ ਰਾਜਾ ਹੈ। ਜੋ ਵੀ ਸਾਡਾ ਧਰਮ ਹੈ, ਅਸੀਂ ਆਪਣੇ ਧਰਮ 'ਚ ਪੱਕੇ ਹਾਂ, ਆਪਣੇ ਦੇਸ਼ ਆਜ਼ਾਦ ਰਹਿਣਾ ਚਾਹੁੰਦੇ ਹਾਂ। ਅਸੀਂ ਮੁਗਲਾਂ ਦੇ ਗੁਲਾਮ ਨਹੀਂ ਬਣਨਾ ਚਾਹੁੰਦੇ। ਇਸ ਕਰਕੇ ਅਸੀਂ ਇਹਨਾਂ ਨਾਲ ਜੰਗ ਕਰਦੇ ਹਾਂ, ਭਾਵੇਂ ਜਾਦੂ ਟੂਣੇ ਨਾਲ ਹੀ ਕਰਦੇ ਹਾਂ, ਪਰ ਅਸੀਂ ਆਪਣੇ ਦੇਸ਼ ਵਿੱਚ ਆਜ਼ਾਦ ਰਹਿਣਾ ਚਾਹੁੰਦੇ ਹਾਂ। ਇਹ ਸਾਨੂੰ ਗੁਲਾਮ ਕਰਨ ਆਇਆ ਹੈ। ਤੇ ਬਿਸ਼ਨ ਸਿੰਘ ਰਾਜਾ ਭਾਵੇਂ ਹਿੰਦੂ ਹੈ, ਪਰ ਸਾਥ ਤਾਂ ਮੁਗਲਾਂ ਦਾ ਹੀ ਦੇ ਰਿਹਾ ਹੈ ਨਾ, ਕੰਮ ਤਾਂ ਮੁਗਲਾਂ ਦਾ ਹੀ ਕਰ ਰਿਹਾ ਹੈ। ਤੇ ਮਹਾਰਾਜ ਤੁਸੀਂ ਵੀ ਮੁਗਲਾਂ ਦੀ ਸਹਾਇਤਾ ਕਰ ਰਹੇ ਹੋ। ਇਹਨਾਂ ਦੀ ਸਹਾਇਤਾ ਕਰਕੇ ਹਿੰਦੁਨ ਕੀ ਰੱਛਿਆ ਕੇ ਯੋਗ। ਮਹਾਰਾਜ ਸਾਡਾ ਰਾਜਾ ਆਪਣੇ ਧਰਮ 'ਚ ਪੱਕਾ ਹੈ, ਉਹ ਹਿੰਦੂ ਧਰਮ ਦੀ ਰਾਖੀ ਕਰਨੀ ਚਾਹੁੰਦਾ ਹੈ। ਸਾਨੂੰ ਪਤਾ ਹੈ ਜੇ ਇੱਥੇ ਮੁਗਲਾਂ ਦਾ ਕਬਜ਼ਾ ਹੋ ਗਿਆ, ਸਾਡੇ ਮੰਦਿਰ ਢਾਏ ਜਾਣਗੇ, ਸਾਡੇ ਮੰਦਿਰਾਂ 'ਚ ਗਊਆਂ ਮਾਰੀਆਂ ਜਾਣਗੀਆਂ, ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਜਾਵੇਗੀ, ਮੁਗਲ ਬਾਦਸ਼ਾਹ ਦੀਆਂ ਫੌਜਾਂ ਇੱਥੇ ਆ ਕੇ ਤਬਾਹੀ ਮਚਾਉਣਗੀਆਂ। ਇਸ ਕਰਕੇ ਅਸੀਂ ਆਪਣਾ ਕਾਮਰੂਪ ਦੇਸ਼ ਇਹਨਾਂ ਤੋਂ ਆਜ਼ਾਦ ਰੱਖਣਾ ਚਾਹੁੰਦੇ ਹਾਂ। ਇਹ ਅਲੰਬ ਆਪ ਕੇ ਲੋਗ। ਤੇ ਮਹਾਰਾਜ ਤੁਸੀਂ ਵੀ ਜਾਣਦੇ ਹੋ ਕਿ ਇਹਨਾਂ ਮੁਗਲਾਂ ਦੇ ਨਾਲ ਸਾਡਾ ਧਰਮ ਦਾ ਸੰਬੰਧ ਨਹੀਂ ਬਣਦਾ। ਇਹਨਾਂ ਦੇ ਨਾਲ ਨਾ ਸਾਡਾ ਖਾਣਾ, ਨਾ ਪਹਿਨਣਾ, ਨਾ ਪੀਣਾ, ਨਾ ਬੋਲਣਾ, ਨਾ ਰਹਿਣ ਸਹਿਣ। ਇਹਨਾਂ ਦੀ ਬੋਲੀ ਵੀ ਹੋ ਰਿਹਾ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਲਿਖ ਦਿੱਤਾ ਨਾ ਵੀ ਘਰ ਘਰ ਚ ਮੀਆਂ ਜੀ ਕਰੀ ਜਾਂਦੇ ਆ। ਬੋਲੀ ਵੀ ਹੋਰ ਹੈ, ਖਾਣਾ ਵੀ ਹੋਰ ਹੈ। ਜਿਹੜਾ ਸਭ ਤੋਂ ਨਖਿੱਧ ਕੰਮ ਹੈ ਉਹ ਗਊ ਦਾ ਮਾਸ ਇਹ ਖਾ ਜਾਂਦੇ ਆ ਤੇ ਫਿਰ ਜੀਵ ਨੂੰ ਤੜਫਾ ਕੇ ਮਾਰਦੇ ਆ। ਤੇ ਇਹਨਾਂ ਦੇ ਵਿੱਚ ਜਿਹੜੇ ਕਰਮ ਹਨ ਉਹ ਸਾਡੇ ਧਰਮ ਨਾਲ ਸਤਿਗੁਰੂ ਜੀ ਰਲਦੇ ਨਹੀਂ ਹਨ। ਅਸੀਂ ਇਹਨਾਂ ਦੇ ਨਾਲ ਨਾ ਖਾ ਸਕੀਏ, ਨਾ ਪੀ ਸਕੀਏ, ਨਾ ਬਹਿ ਸਕੀਏ, ਨਾ ਇਹਨਾਂ ਨਾਲ ਸਾਡੀ ਕੋਈ ਰਿਸ਼ਤੇਦਾਰੀ ਬਣ ਸਕੇ। ਇਹ ਹੁਣ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਆ। ਅਸੀਂ ਗੁਰੂ ਜੀ ਨਾਲ ਦੇ ਗੁਲਾਮ ਬਣਨਾ ਨਹੀਂ ਚਾਹੁੰਦੇ। ਸੁਨ ਧੋਬਨ ਤ੍ਰੈ ਕੀ ਚਤੁਰਾਈ। ਧੋਬਨ ਦੇ ਚਤੁਰਾਈ ਭਰੇ ਬਚਨ ਸੁਣੇ ਗੁਰੂ ਸਾਹਿਬ ਨੇ। ਉਹਨੇ ਆਪਣੇ ਵੱਲੋਂ ਬੜੀ ਸਿਆਣਪ ਨਾਲ ਗੱਲ ਕੀਤੀ, ਬੜੇ ਹੌਸਲੇ ਨਾਲ ਗੱਲ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਉਸ ਬੀਬੀ ਦੀ, ਉਸ ਧੋਬਣ ਦੀ ਗੱਲ ਸੁਣ ਕੇ ਸ਼੍ਰੀ ਮੁਖ ਤੇ ਮੁਸਕਾਏ ਗੁਸਾਈ। ਹੱਸ ਪਏ ਪਾਤਸ਼ਾਹ, ਮੁਸਕਰਾ ਪਏ। ਮਹਾਰਾਜ ਸਮਝ ਗਏ ਵੀ ਇਹ ਬੜੀ ਨੀਤੀ ਨਿਪੁੰਨ ਹੈ। ਇਹਨੂੰ ਪਤਾ ਸੀ ਵੀ ਗੁਰੂ ਸਾਹਿਬ ਨੂੰ ਮੈਂ ਕਿਸ ਤਰ੍ਹਾਂ ਢਾਲ ਸਕਦੀ ਹਾਂ, ਕਿਹੜੇ ਤਰੀਕੇ ਨਾਲ ਗੱਲ ਕਰਕੇ। ਕਹਿਓ ਤਿਸ ਹੈ ਸਭ ਤੇ ਕਰ ਨਿਆਰੀ। ਮਹਾਰਾਜ ਨੇ ਬਾਕੀ ਫੌਜੀਆਂ ਨੂੰ ਕਿਹਾ ਪਿੱਛੇ ਹਟ ਜਾਓ, ਉਹਨੂੰ ਕੱਲੀ ਨੂੰ ਕੋਲ ਬਿਠਾ ਲਿਆ। ਨ੍ਰਿਪ ਤੁਮਰੇ ਕੋਹ ਲੇਹ ਹਕਾਰੀ। ਕਹਿਣ ਲੱਗੇ ਬੀਬੀ ਤੇਰੀ ਗੱਲ ਸੱਚੀ ਹੈ, ਅਸੀਂ ਤੁਹਾਨੂੰ ਮੁਗਲਾਂ ਦੇ ਗੁਲਾਮ ਨਹੀਂ ਬਣਾਉਣਾ ਚਾਹੁੰਦੇ। ਅਸੀਂ ਮੁਗਲਾਂ ਦੇ ਪੱਖ ਵਿੱਚ ਵੀ ਨਹੀਂ ਆ। ਮੁਗਲਾਂ ਤੋਂ ਅਸੀਂ ਕੀ ਲੈਣਾ? ਅਸੀਂ ਤਾਂ ਆਪ ਮੁਗਲਾਂ ਦੀਆਂ ਜੜ੍ਹਾਂ ਪੁੱਟਣ ਵਾਲੇ ਆ। ਸਾਡੇ ਪਿਤਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ 4 ਜੰਗ ਮੁਗਲਾਂ ਨਾਲ ਲੜੇ ਨੇ। ਮੁਗਲਾਂ ਨੇ ਸਾਡੇ ਦਾਦਾ ਜੀ ਨੂੰ ਤਤੀਆਂ ਤਵੀਆਂ ਤੇ ਬਹਾ ਕੇ ਤੱਤੇ ਰੇਤੇ ਪਾ ਕੇ ਸ਼ਹੀਦ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਨੂੰ। ਇਸ ਕਰਕੇ ਮੁਗਲਾਂ ਦੇ ਨਾਲ ਸਾਡੀ ਸਾਂਝ ਨਹੀਂ। ਪਰ ਜਿਹੜਾ ਰਾਜਾ ਬਿਸ਼ਨ ਸਿੰਘ ਹੈ ਇਹ ਸਾਡਾ ਪ੍ਰੇਮੀ ਹੈ, ਇਹ ਮੁਗਲਾਂ ਦਾ ਨੌਕਰ ਹੈ। ਇਹਦੀ ਮਦਦ ਕਰਨ ਵਾਸਤੇ ਸਾਨੂੰ ਆਉਣਾ ਪਿਆ ਹੈ। ਪਰ ਅਸੀਂ ਤੇਰੇ ਮਸਲੇ ਦਾ ਹੱਲ ਤੈਨੂੰ ਦੱਸ ਦਿੰਦੇ ਹਾਂ। ਤੁਹਾਡੇ ਰਾਜੇ ਨੂੰ ਵੀ ਬੁਲਾ ਲਵਾਂਗੇ ਤੇ ਬਿਸ਼ਨ ਸਿੰਘ ਨੂੰ ਵੀ ਬੁਲਾ ਲਾਂਗੇ ਤੇ ਦੋਵਾਂ ਨੂੰ ਬਿਠਾ ਕੇ ਅਸੀਂ ਤੁਹਾਡੀ ਸੁਲ੍ਹਾ ਕਰਾ ਦੇਵਾਂਗੇ। ਹਾਂਜੀ। ਇਮ ਨ੍ਰਿਪ ਸੋ ਤਿਸ ਦੇਹ ਮਿਲਾਏ। ਆਪਣੇ ਰਾਜੇ ਨੂੰ ਆਖੀ ਵੀ ਮਨ ਵਿੱਚ ਕੋਈ ਚਿੰਤਾ ਫਿਕਰ ਨਾ ਰੱਖੇ, ਸਾਡੇ ਵੱਲੋਂ ਉਹਨੂੰ ਪੂਰੀ ਖੁੱਲ੍ਹ ਹੈ ਗੱਲਬਾਤ ਕਰਨ ਦੀ। ਇੱਧਰੋਂ ਰਾਜਾ ਬਿਸ਼ਨ ਸਿੰਘ ਵੀ ਆਵੇਗਾ ਤੇ ਬੜੀ ਪਿਆਰ ਦੇ ਨਾਲ ਬੈਠ ਕੇ ਮੀਟਿੰਗ ਹੋਵੇਗੀ। ਜਿਹੜੇ ਕੋਈ ਮਨ ਦੇ ਵਿੱਚ ਫਰਕ ਪਏ ਹੋਏ ਨੇ ਜਾਂ ਕੋਈ ਭਰਮ ਭੁਲੇਖੇ ਨੇ ਜਾਂ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਕਿਹੜੀ ਗੱਲ ਕਿਸ ਤਰ੍ਹਾਂ ਪੇਸ਼ ਕਰਨੀ ਹੈ ਨੀਤੀ ਰਾਜਨੀਤੀ ਦੇ ਹਿਸਾਬ ਨਾਲ,
ਉਹ ਆਪਾਂ ਬਹਿ ਕੇ ਵਿਚਾਰ ਲਵਾਂਗੇ। ਦਵੈ ਕੀ ਦੁਬਦਾ ਦੂਰ ਕਰਾਏ। ਸਤਿਗੁਰੂ ਕਹਿੰਦੇ ਅਸੀਂ ਦੋਵਾਂ ਦੀ ਦੁਬਦਾ ਦੂਰ ਕਰ ਦਿਆਂਗੇ। ਗਿਆਨੀ ਬਾਦਸ਼ਾਹ ਔਰੰਗਜ਼ੇਬ ਦੇ ਵੱਲੋਂ ਜਿਹੜਾ ਬਿਸ਼ਨ ਸਿੰਘ ਆਇਆ ਹੋਇਆ ਉਹਨੂੰ ਵੀ ਅਸੀਂ ਬਚਾਉਣਾ। ਬਾਦਸ਼ਾਹ ਔਰੰਗਜ਼ੇਬ ਕੋਲ ਉੱਥੇ ਵੀ ਸੱਚਾ ਕਰਨਾ ਉਹਨੂੰ, ਤੇ ਤੁਹਾਡਾ ਵੀ ਨੁਕਸਾਨ ਨਹੀਂ ਹੋਣ ਦਿੰਦੇ। ਰਾਖੈ ਸਮ ਹਮ ਤਾਹੇ ਨ ਮਾਰਹਿ। ਮਹਾਰਾਜ ਕਹਿੰਦੇ ਅਸੀਂ ਰਾਜੇ ਨੂੰ, ਤੁਹਾਡੇ ਰਾਜੇ ਨੂੰ ਤੇ ਬਿਸ਼ਨ ਸਿੰਘ ਨੂੰ ਬਰਾਬਰ ਰੱਖਾਂਗੇ। ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਹੋਣ ਦਿਆਂਗੇ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦਿਆਂਗੇ। ਇਹ ਨਹੀਂ ਵੀ ਤੁਹਾਡੇ ਰਾਜੇ ਨੂੰ ਕੋਈ ਮਾਰ ਪਵੇ, ਤੁਹਾਡੇ ਦੇਸ਼ ਨੂੰ ਕੋਈ ਮਾਰ ਪਵੇ, ਤੁਹਾਡਾ ਕੋਈ ਨੁਕਸਾਨ ਹੋਵੇ, ਤੁਹਾਨੂੰ ਕੋਈ ਘਾਟਾ ਪਵੇ, ਐਸਾ ਨਹੀਂ ਹੋਣ ਦਿਆਂਗੇ। ਨਿਜ ਦਾਸਨ ਕੇ ਕਾਜ ਸੁਧਾਰ ਹੈ। ਕਿਉਂਕਿ ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਸਭ ਦਾ ਭਲਾ ਕਰਨਾ ਹੀ ਸਿਖਾਇਆ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਆਪਣੇ ਸੇਵਕਾਂ ਦੇ ਕੰਮ ਨਹੀਂ ਸਵਾਰਨੇ ਤਾਂ ਹੋਰ ਕਿਹਦੇ ਸਵਾਰਨੇ ਆ? ਇਹ ਬੀਬੀ ਤੂੰ ਜਾ ਆਪਣੇ ਰਾਜੇ ਕੋਲ, ਉਹਨੂੰ ਆਖ ਦੇ ਬਈ ਸਾਡੇ ਕੋਲ ਆ ਜਾਵੇ ਤੇ ਬਹਿ ਕੇ ਗੱਲਬਾਤ ਕਰ ਲਈਏ। ਸੁਨ ਤੋਬਨ ਜੋਬਨ ਯੁਤ ਇਹਾਂ। ਉਹ ਜਿਹੜੀ ਬਹੁਤ ਸੁੰਦਰ ਜਵਾਨ ਤੇ ਜਾਦੂਗਰਨ ਦੇ ਨਾਲ, ਜਾਦੂਗਰਨੀਆਂ ਦੇ ਵਿੱਚ ਮਸ਼ਹੂਰ ਸੀ ਉਹ ਧੋਬਣ, ਜਾਦੂਗਰ ਦੀ ਵਿਦਿਆ ਸਿੱਖੀ ਹੋਈ ਸੀ, ਉਹ ਬੋਲੀ ਹੈ। ਰਹੋ ਬੈਠ ਥਿਤ ਤੁਵ ਤਰ ਜਹਾਂ। ਮਹਾਰਾਜ ਸਾਹਿਬ ਜੀ ਕਹਿੰਦੇ ਹੈ ਧੋਬਣ ਤੂੰ ਉੱਥੇ ਬੈਠ ਜਿੱਥੇ ਤੇਰਾ ਦਰਖਤ ਹੈ। ਸਭ ਕੁਟੰਬ ਕੋ ਲਿਹੋ ਬੁਲਾਏ। ਜਿੱਥੇ ਇਹ ਤੇਰਾ ਦਰਖਤ ਅਸੀਂ ਗੱਡ ਦਿੱਤਾ ਨਾ, ਹੁਣ ਇੱਥੇ ਹੀ ਰਹੇਗਾ। ਇਸ ਦਰਖਤ ਦੇ ਕੋਲ ਤੂੰ ਬੈਠ ਜਾ ਤੇ ਆਪਣਾ ਪਰਿਵਾਰ ਵੀ ਇੱਥੇ ਬੁਲਾ ਲੈ। ਬਸ ਹੋ ਸਦਾ ਨਿਜ ਗ੍ਰਹਿ ਕੋ ਪਾਏ। ਇੱਥੇ ਆਪਣਾ ਘਰ ਬਣਾ ਲੈ, ਇੱਥੇ ਆਪਣਾ ਪਿੰਡ ਬਣ ਲੈ, ਸ਼ਹਿਰ ਬਣੇਗਾ ਤੇਰੇ ਨਾਂ ਦਾ। ਇਸ ਜਗ੍ਹਾ ਦਾ ਨਾਮ ਹੀ ਧੂਬੜੀ ਸਾਹਿਬ ਹੋਵੇਗਾ। ਆਖੋ ਸਤਨਾਮ ਸ੍ਰੀ। ਹੁਣ ਵੀ ਉਸ ਜਗ੍ਹਾ ਦਾ ਨਾਮ ਧੂਬੜੀ ਸਾਹਿਬ ਹੀ ਹੈ। ਤੇ ਸਾਧ ਸੰਗਤ ਜੀ ਹੁਣ ਤਾਂ ਬਹੁਤ ਵਧੀਆ ਸ਼ਹਿਰ ਬਣਿਆ ਹੋਇਆ, ਉੱਥੇ ਬੱਸਾਂ ਜਾਂਦੀਆਂ ਨੇ, ਸੰਗਤਾਂ ਉੱਥੇ ਜਾਂਦੀਆਂ ਨੇ, ਗੁਰਦੁਆਰੇ 'ਚ ਜੋੜ ਮੇਲਾ ਹੁੰਦਾ ਹੈ। ਸੋ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੇ ਨਗਰ ਬਸਾਓ, ਇੱਥੇ ਵਾਸਾ ਕਰੋ। ਬਸ ਹੈ ਅਪਰਲੋਕ ਸਮੁਦਾਏ। ਇਹ ਬੀਬੀ ਤੂੰ ਇੱਥੇ ਬਹਿ ਕੇ ਪਰਮੇਸ਼ਰ ਦਾ ਨਾਮ ਜਪ, ਜਾਦੂ ਟੂਣੇ ਕਰਨੇ ਛੱਡ ਦੇ ਤੇ ਇੱਥੇ ਹੋਰ ਵੀ ਦੁਨੀਆ ਬਹੁਤ ਆ ਕੇ ਵਸੇਗੀ। ਤੋਹੇ ਨਾਮ ਪਰ ਗ੍ਰਾਮ ਬਸਾਏ। ਤੇਰੇ ਨਾਂ ਤੇ ਅਸੀਂ ਪਿੰਡ ਵਸਾ ਦੇਾਂਗੇ, ਤੇਰੇ ਨਾਂ ਤੇ ਜਗ੍ਹਾ ਦਾ ਨਾਮ ਧੂਬੜੀ ਹੋਵੇਗਾ। ਜਗ ਮਹਿ ਕੀਰਤ ਤੇਰੀ ਰਹੈ। ਤੇਰਾ ਜਸ ਰਹੇਗਾ, ਨਾਮ ਰਹੇਗਾ ਦੁਨੀਆ ਤੇ। ਤੈਨੂੰ ਲੋਕ ਯਾਦ ਕਰਿਆ ਕਰਨਗੇ, ਜਦੋਂ ਧੂਬੜੀ ਬੋਲਿਆ ਕਰਨਗੇ ਤੇ ਪੁੱਛਣਗੇ ਵੀ ਧੂਬੜੀ ਦਾ ਕੀ ਮਤਲਬ ਹੈ। ਫਿਰ ਇਹ ਸਾਡਾ ਤੇ ਤੇਰਾ ਇਤਿਹਾਸ ਆਇਆ ਕਰੇਗਾ ਵੀ ਇਹ ਧੂਬੜੀ ਜਾਦੂਗਰਨੀ ਆਈ ਸੀ, ਗੁਰੂ ਤੇਗ ਬਹਾਦਰ ਸਾਹਿਬ ਉੱਤੇ ਪੱਥਰ ਚਲਾਇਆ ਸੀ ਬੜਾ ਵੱਡਾ, ਤੇ ਫਿਰ ਗੁਰੂ ਸਾਹਿਬ ਜੀ ਨੇ ਉਹਦਾ ਜਾਦੂ ਮੰਤਰ ਟੂਣਾ ਸਭ ਖਤਮ ਕਰ ਦਿੱਤਾ ਤੇ ਉਹਨੂੰ ਇੱਥੇ ਵਸਾਇਆ ਸੀ। ਸੋ ਇਹ ਇਤਿਹਾਸ ਬਣੇਗਾ। ਜਬ ਲਗ ਗ੍ਰਾਮ ਬਸਤ ਥਲ ਅਹ। ਜਿੰਨਾ ਚਿਰ ਇਹ ਧਰਤੀ ਹੈ ਤੇਰਾ ਗ੍ਰਾਮ ਬਸਿਆ ਰਹੇਗਾ। ਹਮ ਬਸਾਏ ਕਰ ਗਮਨ ਹੈ ਆਨ। ਮਹਾਰਾਜ ਕਹਿੰਦੇ ਅਸੀਂ ਤਾਂ ਇੱਥੇ ਰਹਿਣਾ ਨਹੀਂ ਬੀਬੀ, ਅਸੀਂ ਤਾਂ 2-4 ਮਹੀਨਿਆਂ ਵਿੱਚ ਇੱਥੋਂ ਹੋਰ ਕਿਤੇ ਚਲੇ ਜਾਵਾਂਗੇ। ਪਰ ਇਹ ਸਾਡਾ ਗੁਰਦੁਆਰਾ, ਸਾਡੀ ਇਹ ਜਗ੍ਹਾ ਗੁਰਦੁਆਰਾ ਧੂਬੜੀ ਸਾਹਿਬ ਕਰਕੇ ਤੇਰੇ ਨਾਂ ਤੇ ਬੋਲਿਆ ਕਰੇਗਾ। ਤਬ ਲਗ ਬੈਠ ਬ੍ਰਿਛ ਕੇ ਬਾਨ। ਜਿੰਨਾ ਚਿਰ ਅਸੀਂ ਇੱਥੇ ਆ ਤੂੰ ਉਸ ਦਰਖਤ ਥੱਲੇ ਬੈਠੀ ਰਹੋ ਤੇ ਆਪਣੇ ਪਰਿਵਾਰ ਨੂੰ, ਆਪਣੇ ਭੈਣ ਭਾਈਆਂ ਨੂੰ, ਆਪਣੇ ਬੱਚਿਆਂ ਨੂੰ ਇੱਥੇ ਬੁਲਾ ਲੈ। ਪਾਏ ਬਚਨ ਇਮ ਸਤਿਗੁਰ ਕੇਰਾ। ਜਦੋਂ ਉਸ ਧੂਬੜੀ ਨੇ, ਉਸ ਧੋਬਣ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਸੁਣਿਆ, ਧੋਬਨ ਜਾਏ ਕਰਿਓ ਤਹ ਡੇਰਾ। ਧੋਬਣ ਨੇ ਉਸੇ ਦਰਖਤ ਥੱਲੇ ਡੇਰਾ ਕਰ ਲਿਆ ਜਿਹਦੇ ਤੇ ਬਹਿ ਕੇ ਆਈ ਸੀ ਨਾ ਪਾਰਲੇ ਪਾਸਿਓਂ, ਤੇ ਉਹ ਮਹਾਰਾਜ ਨੇ ਆਪਣੀ ਦ੍ਰਿਸ਼ਟੀ ਦੇ ਨਾਲ ਉੱਥੇ ਹੀ ਜਾਮ ਕਰ ਦਿੱਤਾ ਸੀ। ਉੱਥੇ ਉਸ ਦਰਖਤ ਦੇ ਥੱਲੇ ਬੈਠ ਗਈ ਹੈ। ਤਿਸ ਪਿੱਛੇ ਜੇਤੀ ਤ੍ਰਿਆ ਆਈ। ਉਹਦੇ ਤੋਂ ਬਾਅਦ ਜਿੰਨੀਆਂ ਵੀ ਜਾਦੂਗਰਨੀਆਂ ਆਈਆਂ, ਗਹੀ ਧੋਬਨੀ ਦੇਖ ਭਲਾਈ। ਉਹਨਾਂ ਨੇ ਵੇਖਿਆ ਵੀ ਧੋਬਣ ਤੇ ਫੜੀ ਗਈ ਹੈ, ਧੋਬਣ ਤਾਂ ਕੈਦ ਕਰ ਲਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। ਇਸ ਕਰਕੇ ਉਹ ਜਾਦੂਗਰਨੀਆਂ ਡਰਦੀਆਂ ਹੋਈਆਂ ਹੀ ਦੌੜ ਗਈਆਂ। ਹਟ ਪਾਛੇ ਕੋ ਨਹੀਂ ਨਿਹਾਰਾ। ਤੇ ਉਹਨਾਂ ਨੇ ਮੁੜ ਕੇ ਫਿਰ ਪਿਛਾਂ ਵੱਲ ਵੇਖਿਆ ਹੀ ਡਰਦੀਆਂ, ਇੰਨੀਆਂ ਡਰ ਕੇ ਦੌੜੀਆਂ ਨਾ ਜਿਵੇਂ
ਉਹਨਾਂ ਨੂੰ ਖਤਰਾ ਪੈ ਗਿਆ ਵੀ ਜੇ ਅਸੀਂ ਵੀ ਫੜੀਆਂ ਗਈਆਂ ਫਿਰ ਸਾਡਾ ਕੀ ਬਣੇਗਾ। ਉਹਦਾ ਜਾਦੂ ਟੂਣਾ ਕਰਨਾ ਹੀ ਭੁੱਲ ਗਈਆਂ ਉਹਨੂੰ ਤੇ ਆਪਣੀ ਜਾਨ ਦਾ ਫਿਕਰ ਪੈ ਗਿਆ। हमको गह त्रास को तारा। ਇਹ ਗੱਲ ਡਰ ਮਨ 'ਚ ਬੈਠ ਗਿਆ, ਡਰ ਵੀ ਗੁਰੂ ਸਾਹਿਬ ਸਾਨੂੰ ਵੀ ਫੜ ਲੈਣਗੇ, ਕੈਦ ਕਰ ਲੈਣਗੇ। बड़े बेग सो नगर प्रवेशी। ਤੇ ਉਹ ਜਾਦੂਗਰਨੀਆਂ ਵਾਪਸ ਆਪਣੇ ਨਗਰ ਵਿੱਚ ਜਾ ਵੜੀਆਂ देई भूप को खबर अशेषी। ਤੇ ਰਾਜੇ ਨੂੰ ਜਾ ਖਬਰ ਦਿੱਤੀ ਹੈ। नित हम जात डरावत सबको। ਕਾਮਰੂਪ ਦੇਸ਼ ਦੇ ਰਾਜੇ ਨੂੰ ਜਾ ਕੇ ਜਾਦੂਗਰਨੀਆਂ ਦੱਸਦੀਆਂ, ਰਾਜਾ ਜੀ ਅਸੀਂ ਰੋਜ਼ ਜਾਂਦੀਆਂ ਤੇ ਬਿਸ਼ਨ ਸਿੰਘ ਦੀ ਫੌਜ ਨੂੰ ਡਰਾਉਂਦੀਆਂ ਸੀ। ऊपर फिरत पाए मग नभ को। ਆਕਾਸ਼ ਵਿੱਚ ਉੱਡਦੀਆਂ, ਕਦੀ ਅਸੀਂ ਕੰਧਾਂ ਤੇ ਬੈਠ ਕੇ, ਕਦੀ ਦਰਖਤਾਂ ਤੇ ਬੈਠ ਕੇ, ਕਦੀ ਸ਼ੇਰਾਂ ਚੀਤਿਆਂ ਤੇ ਬੈਠ ਕੇ, ਕਦੀ ਮੂੰਹ ਚੋਂ ਅੱਗ ਉਬਲਦੀਆਂ ਹੋਈਆਂ, ਕਦੀ ਹਨੇਰੀ ਤੂਫਾਨ ਲਿਆਂਦੀਆਂ ਹੋਈਆਂ। ਅਸੀਂ ਉਹਨਾਂ ਦੀਆਂ ਫੌਜਾਂ ਦੇ ਉੱਤੇ ਉਡਾਰੀਆਂ ਮਾਰਦੀਆਂ, ਕਿਲਕਾਰੀਆਂ ਮਾਰਦੀਆਂ, ਡਰਾਉਂਦੀਆਂ ਸਾਂ ਉਹਨਾਂ ਨੂੰ। हम ते धोबन गई अगारी। ਅੱਜ ਧੋਬਣ ਸਾਡੇ ਤੋਂ ਪਹਿਲਾਂ ਗਈ ਹੈ। सिद्ध पुरख को सुनियत पारी। ਉੱਥੇ ਸੁਣਿਆ ਵੀ ਉਹਨਾਂ ਦੇ ਵਿੱਚ ਰਾਜੇ ਬਿਸ਼ਨ ਸਿੰਘ ਦੀ ਫੌਜ ਵਿੱਚ ਕੋਈ ਸਿੱਧ ਪੁਰਸ਼ ਆਏ ਹੋਏ ਨੇ, ਕੋਈ ਮਹਾਂਪੁਰਸ਼ ਆਏ ਨੇ। ਗੁਰੂ ਤੇਗ ਬਹਾਦਰ ਕਰਕੇ ਉਹਨਾਂ ਦਾ ਨਾਮ ਬੋਲਦਾ ਹੈ। तिन गहलीन शक्त पर हर के। ਉਹਨਾਂ ਨੇ ਸਾਡੀ ਧੋਬਣ ਫੜ ਲਈ ਹੈ, ਉਹਨਾਂ ਨੇ ਉਹਦੇ ਮੰਤਰ ਜੰਤਰ ਫੇਲ ਕਰ ਦਿੱਤੇ ਨੇ ਤੇ ਉਹਨੂੰ ਕੈਦ ਕਰ ਲਿਆ ਹੈ। फिरत अरूढ़ जो ऊपर तर के। ਉਹ ਦਰਖਤ ਤੇ ਬੈਠੀ ਉਡਾਰੀਆਂ ਮਾਰਦੀ ਸੀ, ਗੁਰੂ ਤੇਗ ਬਹਾਦਰ ਨੇ ਉਹਨੂੰ ਗ੍ਰਿਫਤਾਰ ਕਰ ਲਿਆ, ਜਾਦੂ ਉਹਦਾ ਫੇਲ ਕਰ ਦਿੱਤਾ ਹੈ। अब ते आगे कोई ना जाव है। ਅੱਜ ਤੋਂ ਬਾਅਦ ਰਾਜਾ ਜੀ ਅਸੀਂ ਨਹੀਂ ਉਧਰ ਜਾਣਾ, ਉਧਰ ਜਾਣਾ ਬਹੁਤ ਖਤਰੇ ਵਾਲੀ ਗੱਲ ਹੈ, ਖਤਰੇ ਤੋਂ ਖਾਲੀ ਨਹੀਂ ਹੈ। ਉਹ ਫੜ ਲੈਂਦੇ ਆ, ਜਾਦੂ ਮੰਤਰ ਉਹਨਾਂ ਦੇ ਸਾਹਮਣੇ ਕੋਈ ਚੱਲਦਾ ਨਹੀਂ। ਜਿਵੇਂ ਧੋਬਣ ਫੜ ਲਈ ਹੈ, ਸਾਨੂੰ ਵੀ ਗ੍ਰਿਫਤਾਰ ਕਰ ਲੈਣਗੇ। जो जावे निज को गहबाव है। ਜਿਹੜਾ ਵੀ ਜਾਏਗਾ ਉਹ ਜਾਦੂਗਰਨੀ ਧੋਬਣ ਦੀ ਤਰ੍ਹਾਂ ਫੜਿਆ ਜਾਏਗਾ। अपर जतन को करहो बनाए। ਇਹ ਰਾਜਾ ਜੀ ਹੁਣ ਕੋਈ ਹੋਰ ਯਤਨ ਕਰ ਲੋ, ਕੋਈ ਹੋਰ ਹੀਲਾ ਕਰ ਲੋ। ਉੱਥੇ ਆਪਣਾ ਜਾਦੂ ਟੂਣਾ ਨਹੀਂ ਹੁਣ ਚੱਲਣਾ, ਕਿਉਂਕਿ ਉਹਨਾਂ ਦੇ ਕੋਲ ਕੋਈ ਵੱਡੇ ਮਹਾਂਪੁਰਸ਼ ਬੈਠੇ ਹਨ ਜਿਨ੍ਹਾਂ ਦੇ ਸਾਹਮਣੇ ਸਾਡੇ ਜਾਦੂ ਟੂਣੇ ਫੇਲ ਹੋ ਜਾਂਦੇ ਹਨ। नाहीं ते आप पराजय पाए। ਨਹੀਂ ਤਾਂ ਰਾਜਾ ਜੀ ਆਪਣੀ ਹਾਰ ਪੱਕੀ ਹੈ, ਹੁਣ ਆਪਾਂ ਹਾਰ ਜਾਣਾ। ਅੱਗੇ ਤੇ ਆਪਾਂ ਨੂੰ ਭਰੋਸਾ ਸੀ ਵੀ ਅਸੀਂ ਜਾਦੂ ਟੂਣੇ ਦੇ ਨਾਲ ਹੀ ਉਹਨਾਂ ਨੂੰ ਭਜਾ ਦੇਵਾਂਗੇ, ਲੜਨ ਦੀ ਵੀ ਲੋੜ ਨਹੀਂ ਪਏਗੀ। ਪਰ ਹੁਣ ਰਾਜਾ ਜੀ ਲੜਿਆਂ ਵੀ ਗੱਲ ਨਹੀਂ ਬਣਨੀ ਤੇ ਜਾਦੂ ਟੂਣੇ ਨਾਲ ਵੀ ਨਹੀਂ ਗੱਲ ਬਣਨੀ। ਕੋਈ ਤੀਸਰਾ ਹੱਲ ਕੱਢ ਲਓ, ਕੋਈ ਹੋਰ ਰਸਤਾ ਸੋਚੋ ਵੀ ਆਪਾਂ ਕਿਸ ਤਰ੍ਹਾਂ ਆਪਣੇ ਗਲੋਂ ਇਹ ਬਲਾ ਲਾਈਏ। सुन राजा मन माहे विचारे। ਇਹ ਸੁਣ ਕੇ ਕਾਮਰੂਪ ਦੇਸ਼ ਦਾ ਰਾਜਾ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ। मंत्र करे मैं बृंद अगारे। ਸੋਚਦਾ ਹੈ ਵੀ ਮੈਂ ਅੱਗੇ ਬੜੇ ਮੰਤਰ ਜੰਤਰ ਕੀਤੇ, ਸਾਧ ਸੰਗਤ ਜਿੱਥੇ ਉੱਥੇ ਦੇ ਲੋਕ ਜਾਦੂਗਰ ਸੀ, ਰਾਜਾ ਵੀ ਜਾਦੂਗਰ ਸੀ। ਜਾਦੂਗਰੀਆਂ 'ਚ ਰਹਿਣ ਕਰਕੇ ਉਹਨੂੰ ਇਹ ਸਾਰੀ ਵਿੱਦਿਆ ਆਉਂਦੀ ਸੀ। ਉਹ ਆਪਣੇ ਕੋਲ ਵੱਡੇ ਵੱਡੇ ਤੰਤਰ ਮੰਤਰ ਕਰਨ ਵਾਲੇ ਤਾਂਤਰਿਕ ਰੱਖਦਾ ਸੀ, ਜਾਦੂਗਰਨੀਆਂ ਰੱਖਦਾ ਸੀ, ਆਪ ਵੀ ਉਹ ਸਾਰੀ ਵਿੱਦਿਆ ਜਾਣਦਾ ਸੀ। हित नृप मारन के बहु प्रेरे। ਜਦੋਂ ਜਾਦੂਗਰਨੀਆਂ ਨੇ ਆ ਕੇ ਦੱਸਿਆ ਵੀ ਧੋਬਣ ਫੜ ਲਈ ਹੈ ਤੇ ਉਹਨਾਂ ਦੇ ਕੋਲ ਕੋਈ ਮਹਾਂਪੁਰਸ਼ ਹੈ ਜਿਹਦੇ ਕਰਕੇ ਸਾਡਾ ਜਾਦੂ ਟੂਣਾ ਨਹੀਂ ਚੱਲਦਾ, ਫਿਰ ਰਾਜੇ ਦਾ ਮੱਥਾ ਠਣਕਿਆ ਵੀ ਮੈਂ ਇੰਨੇ ਮੰਤਰ ਜੰਤਰ ਕੀਤੇ ਰਾਜੇ ਬਿਸ਼ਨ ਸਿੰਘ ਨੂੰ ਮਾਰਨ ਵਾਸਤੇ, नहीं सरे कारज तब मेरे। ਮੈਂ ਆਪ ਹੈਰਾਨ ਸੀ ਵੀ ਮੇਰਾ ਜਾਦੂ ਟੂਣਾ ਚੱਲਦਾ ਕਿਉਂ ਨਹੀਂ। ਮੇਰਾ ਦੁਸ਼ਮਣ ਅਜੇ ਤੱਕ ਬਿਮਾਰ ਵੀ ਨਹੀਂ ਹੋਇਆ, ਉਹਨੂੰ ਤੇ ਸਿਰ ਪੀੜ ਵੀ ਨਹੀਂ ਹੋਈ, ਹਾਲਾਂਕਿ ਉਹ ਮਰ ਜਾਣਾ ਚਾਹੀਦਾ ਸੀ ਜਿਵੇਂ ਰਾਜਾ ਮਾਨ ਸਿੰਘ ਨੂੰ ਸਾਡੇ ਵੱਡਿਆਂ ਨੇ ਮਾਰ ਦਿੱਤਾ ਸੀ 50-60 ਸਾਲ ਪਹਿਲਾਂ। ਇਹ ਰਾਜਾ ਕਿਵੇਂ ਬਚਿਆ ਹੋਇਆ ਸਾਡੇ ਜਾਦੂ ਟੂਣੇ ਤੋਂ। महापुरख है तिन्हो सहाय। ਹੁਣ ਪਤਾ ਲੱਗਾ ਵੀ ਅਸਲ ਗੱਲ ਇਹ ਹੈ ਕਿ ਉਹਨਾਂ ਦੀ ਮਦਦ ਉੱਤੇ ਕੋਈ ਬਹੁਤ ਵੱਡੇ ਮਹਾਂਪੁਰਸ਼ ਆਏ ਬੈਠੇ ਨੇ। मंत्र शक्त नह पहुँच सकाए। ਉਹਨਾਂ ਉੱਤੇ ਮੇਰੇ ਮੰਤਰਾਂ ਜੰਤਰਾਂ ਜਾਦੂ ਟੂਣਿਆਂ ਦੀ ਸ਼ਕਤੀ ਨਹੀਂ ਚੱਲ ਸਕਦੀ। जे गिरवर को देत उड़ाई। ਮੇਰੇ ਕੋਲ ਤਾਂ ਇਹੋ ਜਿਹੇ ਮੰਤਰ ਜੰਤਰ ਹਨ ਜਿਹੜੇ ਫੂਕ ਮਾਰ ਕੇ ਪਹਾੜ ਉਡਾ ਸਕਦੇ ਨੇ।
ਅਚਲ ਚਲਾਵਤ ਚਲਤ ਥਿਰਾਈ। ਮੇਰੇ ਕੋਲ ਜਾਂ ਮੇਰੇ ਦੇਸ਼ ਦੇ ਲੋਕਾਂ ਕੋਲ ਇਹੋ ਜਿਹੇ ਮੰਤਰ ਨੇ ਜਿਨ੍ਹਾਂ ਨੂੰ ਪੜ੍ਹ ਕੇ ਪਹਾੜਾਂ ਨੂੰ ਤੁਰਨੇ ਲਾਇਆ ਜਾ ਸਕਦਾ ਹੈ ਜਾ ਤੇ ਤੁਰਨ ਵਾਲਿਆਂ ਨੂੰ ਖੜਾ ਕੀਤਾ ਜਾ ਸਕਦਾ, ਦਰਿਆ ਰੋਕੇ ਜਾ ਸਕਦੇ ਨੇ, ਪਹਾੜ ਤੋਰੇ ਜਾ ਸਕਦੇ ਨੇ। ਜਲ ਪ੍ਰਵਾਹ ਕੋ ਰਾਖੈ ਰੋਕ। ਮੇਰੇ ਕੋਲ ਤਾਂ ਇਹੋ ਜਿਹੇ ਮੰਤਰ ਨੇ ਵੀ ਦਰਿਆਵਾਂ ਨੂੰ ਬੰਨ੍ਹ ਲਾ ਦੇਣ, ਦਰਿਆਵਾਂ ਦਾ ਪਾਣੀ ਉਹ ਰੁਕ ਜਾਵੇ ਜਿਵੇਂ ਕਿਸੇ ਸਰੋਵਰ ਦਾ ਰੁਕਿਆ ਹੁੰਦਾ। ਹਾਲਾਂਕਿ ਰੁਕਣਾ ਬਹੁਤ ਮੁਸ਼ਕਲ ਹੈ ਦਰਿਆ ਦਾ ਪਾਣੀ, ਪਰ ਮੇਰੇ ਮੰਤਰਾਂ ਵਿੱਚ ਸ਼ਕਤੀ ਹੈ ਕਿ ਮੈਂ ਦਰਿਆਵਾਂ ਨੂੰ ਵੀ ਠੱਲ ਲਾ ਸਕਦਾ ਹਾਂ, ਬੰਨ੍ਹ ਪਾ ਸਕਦਾ ਹਾਂ। ਤਿਨ ਆਗੈ ਕਿਆ ਬਪੁਰੇ ਲੋਕ। ਮੇਰੇ ਮੰਤਰਾਂ ਦੇ ਅੱਗੇ ਬਿਸ਼ਨ ਸਿੰਘ ਵਿਚਾਰਾ ਕੀ ਚੀਜ਼ ਹੈ, ਉਹਦੀ ਫੌਜ ਕੀ ਚੀਜ਼ ਹੈ। ਪਰ ਐਤਕੀ ਮੈਂ ਹੈਰਾਨ ਹਾਂ ਵੀ ਮੇਰਾ ਕੋਈ ਜਾਦੂ, ਕੋਈ ਟੂਣਾ, ਕੋਈ ਮੰਤਰ ਜੰਤਰ ਕਿਉਂ ਨਹੀਂ ਚੱਲਿਆ। ਸੈਨਾ ਸਹਿਤ ਨਰੇਸ਼ਵਰ ਕਾਵਤ। ਮੈਂ ਤਾਂ ਬਿਸ਼ਨ ਸਿੰਘ ਸਮੇਤ ਫੌਜ ਦੇ ਮਾਰ ਦੇਣਾ ਸੀ ਹੁਣ ਨੂੰ। ਜਤਨ ਸਮੇਤ ਨ ਬਚਬੇ ਪਾਵਤ। ਜਿੰਨਾ ਮਰਜ਼ੀ ਇਹ ਯਤਨ ਕਰ ਲੈਣ, ਬਚ ਨਹੀਂ ਸੀ ਸਕਦੇ ਮੇਰੇ ਤੋਂ। ਸਭ ਨਿਸ਼ਫਲ ਹੋਏ ਇੱਕ ਬਾਰੀ। ਸਾਰੇ ਇੱਕੋ ਵਾਰ ਮੁੱਢੋਂ ਹੀ ਨਿਸਫਲ ਕਰ ਦੇਣੇ ਸੀ ਇਹਨਾਂ ਦੇ ਜੰਤਰ ਮੰਤਰ। ਜਾਂ ਤੇ ਲਖੀਅਤ ਕੋ ਸਿਧ ਭਾਰੀ। ਪਰ ਜਿਹੜਾ ਐਤਕੀ ਮੇਰਾ ਮੰਤਰ ਜੰਤਰ ਨਹੀਂ ਚੱਲਿਆ, ਕੋਈ ਜਾਦੂ ਟੂਣਾ ਨਹੀਂ ਚੱਲਿਆ, ਇਹਦਾ ਇੱਕੋ ਹੀ ਸਿੱਧਾ ਕਾਰਨ ਨਜ਼ਰ ਆਉਂਦਾ ਹੈ ਵੀ ਇਹਨਾਂ ਦੇ ਪਾਸ ਰਾਜੇ ਬਿਸ਼ਨ ਸਿੰਘ ਦੇ ਕੋਲ ਕੋਈ ਸਿੱਧ ਪੁਰਸ਼ ਹੈ ਜਿਹਦੇ ਕਰਕੇ ਸਾਡਾ ਮੰਤਰ ਜੰਤਰ ਨਹੀਂ ਚੱਲ ਰਿਹਾ। ਅਬ ਕਾਮਖਿਆ ਕਰਹਿ ਸਹਾਏ। ਹੁਣ ਅਸੀਂ ਕਾਮਖਿਆ ਮੰਦਿਰ ਦੇ ਵਿੱਚ ਜਾਵਾਂਗੇ, ਜਿਹੜੀ ਕਾਮਖਿਆ ਦੇਵੀ ਹੈ ਉਹਦੀ ਪੂਜਾ ਕਰਾਂਗੇ। ਜੇ ਉਹ ਸਾਡੀ ਸਹਾਇਤਾ ਕਰੇ ਤੇ ਅਸੀਂ ਜੰਗ ਜਿੱਤਾਂਗੇ। ਹਾਰੇ ਕਰਤੇ ਅਪਰ ਉਪਾਏ। ਹੋਰ ਤਾਂ ਸਾਰੇ ਮੰਤਰ ਜੰਤਰ ਜਾਦੂ ਟੂਣੇ ਕਰਕੇ ਹਾਰ ਗਏ ਆ। ਹੁਣ ਕਾਮਖਿਆ ਦੇਵੀ ਦਾ ਹੀ ਸਹਾਰਾ ਹੈ ਜੇ ਸਾਨੂੰ ਬਚਾ ਲਵੇ ਇਸ ਜੰਗ ਦੇ ਵਿੱਚ। ਸਦਾ ਬਿਗਨ ਤੇ ਹਮ ਹੈ ਬਚਾਵਤ। ਸਾਡੀ ਤਾਂ ਦੇਵੀ ਕਾਮਖਿਆ ਹੈ, ਉਹ ਸਾਨੂੰ ਬਿਗਨਾਂ ਤੋਂ ਬਚਾਉਂਦੀ ਹੈ। ਵੱਡੇ ਵੱਡੇ ਕਸ਼ਟ ਅੱਗੇ ਵੀ ਆਏ ਨੇ, ਕਾਮਖਿਆ ਨੇ ਸਾਡੀ ਸਹਾਇਤਾ ਕੀਤੀ ਹੈ। ਕਬ ਹੋ ਨਾ ਜੀਤਿਓ ਜੋ ਚੜ ਆਵਤ। ਅੱਜ ਤੱਕ ਜਿਹੜਾ ਵੀ ਸਾਡੇ ਤੇ ਚੜ ਕੇ ਆਇਆ ਹੈ ਉਹ ਕਾਮਰੂਪ ਦੇਸ਼ 'ਚ ਅਸੀਂ ਵੜਨ ਨਹੀਂ ਦਿੱਤਾ, ਅਸੀਂ ਕਿਸੇ ਨੂੰ ਜੰਗ ਜਿੱਤਣ ਨਹੀਂ ਦਿੱਤਾ। ਧਰਮ ਅਰਥ ਨਿਤ ਬਨਹਿ ਸਹਾਈ। ਕਾਮਖਿਆ ਦੇਵੀ ਸਾਡੀ ਸਹਾਇਤਾ ਕਰਦੀ ਹੈ ਜੇ ਅਸੀਂ ਕੋਈ ਚੰਗਾ ਕੰਮ ਕਰੀਏ, ਧਰਮ ਅਰਥ ਕੰਮ ਕਰੀਏ, ਆਪਣੇ ਦੇਸ਼ ਦੀ ਰੱਖਿਆ ਲਈ ਲੜੀਏ। ਦਾਸਨ ਲਾਜ ਰਖੈ ਵਡਿਆਈ। ਕਾਮਖਿਆ ਆਪਣੇ ਦਾਸਾਂ ਦੀ ਲਾਜ ਰੱਖਦੀ ਹੈ, ਉਹਦੀ ਇਹੀ ਵਡਿਆਈ ਹੈ ਵੀ ਉਹ ਆਪਣੇ ਸੇਵਕਾਂ ਨੂੰ, ਆਪਣੇ ਦੇਸ਼ ਵਾਸੀਆਂ ਨੂੰ ਮਰਨ ਨਹੀਂ ਦਿੰਦੀ, ਡੁੱਬਣ ਨਹੀਂ ਦਿੰਦੀ। ਇਮ ਚਿੰਤਾ ਕਰਕੇ ਮਹਿਪਾਲਾ। ਇਸ ਤਰ੍ਹਾਂ ਰਾਜੇ ਨੇ ਸਾਧ ਸੰਗਤ ਜੀ ਬੜੀ ਚਿੰਤਾ ਕਰਕੇ ਹੋਮ ਸਮਗਰੀ ਲੀਨ ਵਿਸਾਲਾ। ਹਮਨ ਦੀ ਸਮਗਰੀ ਲਈ, ਜਿਹੜਾ ਹਮਨ ਦੇਵੀ ਦਾ ਚੰਡੀ ਦਾ ਕਰਨਾ ਸੀ, ਉਹ ਕਰਨ ਵਾਸਤੇ ਰਾਜੇ ਨੇ ਸਾਰੀਆਂ ਸਮਗਰੀਆਂ ਇਕੱਠੀਆਂ ਕੀਤੀਆਂ। ਮੰਤਰਨ ਪੁੰਨ ਨਰ ਸਕਲ ਬੁਲਾਏ। ਉਹਨੇ ਸਾਰੇ ਮੰਤਰ ਜੰਤਰ ਕਰਨ ਵਾਲੇ, ਜਾਦੂ ਟੂਣੇ ਕਰਨ ਵਾਲੇ, ਵੇਦ ਮੰਤਰ ਪੜ੍ਹਨ ਵਾਲੇ, ਹਮਨ ਕਰਨ ਵਾਲੇ, ਰਿਤਜ ਬ੍ਰਾਹਮਣ ਸਭ ਸੱਦ ਲਏ। ਦੇਵੀ ਕੇ ਮੰਦਰ ਚਲ ਆਏ। ਉਹ ਜਿਹੜੇ ਦੇਵੀ ਦਾ ਹਮਨ ਕਰਦੇ ਸੀ, ਚੰਡੀ ਦਾ ਹਮਨ ਕਰਦੇ ਸੀ, ਸਾਰੇ ਕਾਮਖਿਆ ਦੇ ਮੰਦਰ ਵਿੱਚ ਆ ਗਏ। ਹੋਏ ਪੁਨੀਤ ਅਰਾਧਤ ਸਾਰੇ। ਸਾਰਿਆਂ ਨੇ ਇਸ਼ਨਾਨ ਪਾਨ ਕੀਤੇ ਤੇ ਚੌਂਕੜੇ ਮਾਰ ਕੇ ਬੈਠ ਗਏ ਤੇ ਦੇਵੀ ਦੀ ਆਰਾਧਨਾ ਕਰਨ ਲੱਗੇ ਹਨ। ਪਾਵਕ ਬਿਖੈ ਦਰਬ ਕੋ ਡਾਰੇ। ਤੇ ਅੱਗ ਬਾਲ ਕੇ ਉਹਦੇ 'ਚ ਆਹੂਤੀਆਂ ਪਾਉਂਦੇ ਨੇ, ਘਿਓ, ਚੰਦਨ, ਕੇਸਰ ਵਗੈਰਾ ਵਗੈਰਾ ਵਧੀਆ ਵਧੀਆ ਸੁਗੰਧੀ ਵਾਲੀਆਂ ਚੀਜ਼ਾਂ ਦੀਆਂ ਸਮੱਗਰੀਆਂ ਬਣੀਆਂ ਹੁੰਦੀਆਂ। ਜਿੰਨੇ ਵੀ ਮੇਵੇ ਹਨ, ਜਿੰਨੇ ਵੀ ਵਿੱਚ ਵਧੀਆ ਵਧੀਆ ਪਦਾਰਥ ਨੇ, ਹਮਨ ਕੀਤੇ ਜਾਂਦੇ ਹਨ। ਕਾਮਖਿਆ ਕੋ ਕਰਿਓ ਅਵਾਹਨ। ਤੇ ਕਾਮਖਿਆ ਦੀ ਪੂਜਾ ਕਰਦੇ ਹਨ। ਮੁਖ ਪੰਡੇ ਬੋਲੀ ਮਨ ਭਾਵਨ। ਜਿਹੜੇ ਮੁਖ ਪੰਡਿਤ ਹਨ ਉਹ ਭਗਵਾਨ ਦੀ, ਦੇਵੀ ਦੀ ਪੂਜਾ ਵਿੱਚ ਬੈਠੇ ਮੰਤਰਾਂ ਦਾ ਜਾਪ ਕਰੀ ਜਾਂਦੇ ਹਨ। ਜਿਹੜੀ ਬੋਲੀ ਉਹਨਾਂ ਦੀ ਹੈ, ਜੋ ਮੰਤਰ ਜੰਤਰ ਸੰਸਕ੍ਰਿਤ ਭਾਸ਼ਾ ਵਿੱਚ ਚੰਡੀ ਦੇ ਲਿਖੇ ਹੋਏ ਹਨ, ਉਹ ਪਾਠ ਪੰਡਿਤ ਲੋਕ ਕਰਦੇ ਹਨ। ਭੋ ਪੂਪਤ ਚਿੰਤਾ ਮਤ ਕੀਜਹਿ। ਤੇ ਕਹਿੰਦੇ ਹਨ
ਪਰ ਪੰਡਤ ਲੋਕ ਰਾਜੇ ਨੂੰ ਆਸ਼ਵਾਸਨ ਦਿੰਦੇ ਹਨ ਵੀ ਘਬਰਾਓ ਨਾ। ਕਾਮਰੂਪ ਦੇਸ਼ ਦੇ ਪੰਡਤ ਕਾਮਰੂਪ ਦੇਸ਼ ਦੇ ਰਾਜੇ ਨੂੰ ਕਹਿੰਦੇ ਚਿੰਤਾ ਨਾ ਕਰ ਰਾਜਾ, ਨਹੀਂ ਖੇਦ ਤੋਹੇ ਤੀਰ ਤਰੀਜਹ। ਤੈਨੂੰ ਅਸੀਂ ਕੋਈ ਦੁੱਖ ਨਹੀਂ ਆਉਣ ਦਿੰਦੇ। ਦੇਵੀ ਮਾਤਾ ਕਿਰਪਾ ਕਰੇਗੀ, ਤੁਹਾਡਾ ਨੁਕਸਾਨ ਨਹੀਂ ਹੋਵੇਗਾ, ਵਾਲ ਵਿੰਗਾ ਨਹੀਂ ਹੋਵੇਗਾ। ਰਾਜ ਸਹਿਤ ਕੁਸ਼ਲੀ ਤੂ ਰਹਿ। ਇਹ ਰਾਜਾ ਤੇਰਾ ਰਾਜ ਵੀ ਬਚਿਆ ਰਹੇਗਾ, ਤੇਰੀ ਫੌਜ ਵੀ, ਤੇਰਾ ਦੇਸ਼ ਵੀ ਸੁਖੀ ਰਹੇਗਾ। ਰਿਪਤੇ ਨਹੀਂ ਪਰਾਜੈ ਲਹ। ਤੂੰ ਦੁਸ਼ਮਣ ਦੇ ਅੱਗੇ ਹਾਰੇਗਾ ਨਹੀਂ, ਤੈਨੂੰ ਹਾਰ ਦਾ ਮੂੰਹ ਨਹੀਂ ਵੇਖਣਾ ਪਵੇਗਾ। ਪੁਰਸ਼ੋਤਮ ਤੁਝ ਪਾਖਹਿ ਜਥਾ। ਜਿਵੇਂ ਮਹਾਂਪੁਰਸ਼ ਤੈਨੂੰ ਕਹਿਣਗੇ ਰਹੋ ਅਨੁਸਾਰ ਮਾਨੀਅਹ ਤਥਾ। ਉਹਨਾਂ ਦਾ ਕਹਿਣਾ ਮੰਨ ਲਈ, ਜਿਵੇਂ ਉਹ ਕਹਿਣਗੇ ਉਹਨਾਂ ਦੇ ਅਨੁਸਾਰ ਰਵੀ, ਤੇਰੀ ਇੱਜ਼ਤ ਰਹਿ ਜਾਵੇਗੀ, ਮੋਰਚਾ ਫਤਿਹ ਹੋ ਜਾਵੇਗਾ। ਇਮ ਕਹਿ ਤੂਸ਼ਨ ਪੀ ਜਗਰਾਨੀ। ਇਸ ਤਰ੍ਹਾਂ ਕਹਿ ਕੇ ਉਹ ਚੰਡੀ ਜਿਹੜੀ ਬੋਲੀ ਸੀ ਨਾ ਪੰਡਤ ਦੇ ਮੂੰਹ ਤੇ, ਕਿਉਂਕਿ ਸ਼ਕਤੀ ਨੇ ਸਿੱਧਾ ਤਾਂ ਨਹੀਂ ਬੋਲਣਾ ਹੁੰਦਾ, ਕਿਸੇ ਨਾ ਕਿਸੇ ਰੂਪ ਵਿੱਚ ਹੀ ਬੋਲਣਾ ਹੁੰਦਾ। ਭਗਵਾਨ ਹੀ ਬੋਲਦਾ ਸਾਧ ਸੰਗਤ ਜੀ ਸਾਰਿਆਂ ਦੇ ਵਿੱਚ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਸ ਪਰਮੇਸ਼ਰ ਨੂੰ ਕੋਈ ਦੁਰਗਾ ਕਹਿ ਲੈਂਦਾ, ਕੋਈ ਚੰਡੀ ਕਹਿ ਲੈਂਦਾ, ਕੋਈ ਭਵਾਨੀ ਕਹਿ ਲੈਂਦਾ, ਕੋਈ ਕ੍ਰਿਸ਼ਨ ਕਹਿ ਲੈਂਦਾ, ਕੋਈ ਰਾਮ ਕਹਿ ਲੈਂਦਾ, ਕੋਈ ਹਰੀ ਕਹਿ ਲੈਂਦਾ, ਕੋਈ ਅੱਲਾ ਕਹਿ ਲੈਂਦਾ, ਕੋਈ ਖੁਦਾ ਕਹਿ ਲੈਂਦਾ। ਹੈ ਤਾਂ ਇੱਕੋ ਹੀ ਜੋਤ, ਪਰ ਸਾਡੇ ਭਰਮ ਭੁਲੇਖੇ ਪਏ ਹੋਏ ਨੇ ਮੈਂ ਤੂੰ ਦੇ। ਉਹਦੇ ਕਰਕੇ ਸਾਨੂੰ ਲੱਗਦਾ ਇਹ ਫਲਾਣਾ, ਇਹ ਦੂਜਾ, ਇਹ ਤੀਜਾ। ਮਹਾਰਾਜ ਤਾਂ ਕਹਿੰਦੇ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕੋ ਹੀ ਜੋਤ ਹੈ। ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਬਾੜ ਹੈ ਨਾ ਘਾਟ ਹੈ, ਨਾ ਬਾੜ ਘਾਟ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਕੀਤਾ ਚੰਡੀ ਨੇ। ਉਸ ਪੰਡਤ ਦੇ ਮੂੰਹ ਤੋਂ ਜਿਹੜਾ ਵੱਡਾ ਪੁਜਾਰੀ ਸੀ ਨਾ, ਜਿਹੜਾ ਉੱਥੇ ਬਹਿ ਕੇ ਪ੍ਰੋਤ ਪੂਜਾ ਕਰ ਰਿਹਾ ਸੀ, ਹਵਨ ਕਰ ਰਿਹਾ ਸੀ, ਉਹਦੇ ਵਿੱਚੋਂ ਆਵਾਜ਼ ਆਈ ਵੀ ਰਾਜਾ, ਜੋ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਉੱਤਮ ਪੁਰਸ਼ ਮਹਾਂਪੁਰਸ਼ ਆਏ ਨੇ, ਉਹ ਜੋ ਵੀ ਕਹਿ ਦੇਣ ਤੂੰ ਮੰਨ ਲਈ, ਤੇ ਫਿਰ ਤੇਰਾ ਮਸਲਾ ਹੱਲ ਹੋਵੇਗਾ, ਤੈਨੂੰ ਖਤਰਾ ਨਹੀਂ ਹੋਵੇਗਾ ਕੋਈ। ਸਚਿਵ ਸਮੇਤ ਨਿਰਪਤ ਨੈ ਮਾਨੀ। ਰਾਜੇ ਨੇ ਤੇ ਮੰਤਰੀ ਨੇ ਉਹ ਗੱਲ ਸੁਣ ਕੇ ਮੰਨ ਲਈ। ਕਰ ਬੰਧਨ ਨਿਜ ਭਵਨ ਸਦਾਏ। ਰਾਜਾ ਤੇ ਮੰਤਰੀ ਮੰਦਰ ਵਿੱਚ ਮੱਥਾ ਟੇਕ ਕੇ, ਕਮੱਛਿਆ ਦਾ ਮੰਦਰ ਸਾਧ ਸੰਗਤ ਜੀ ਅੱਜ ਤੋਂ 8-9 ਸਾਲ ਪਹਿਲਾਂ ਅਸੀਂ ਵੀ ਉੱਥੇ ਜਾ ਕੇ ਦਰਸ਼ਨ ਕੀਤੇ ਹੈ। ਕਮੱਛਿਆ ਦਾ ਮੰਦਰ ਬਹੁਤ ਪ੍ਰਾਚੀਨ ਮੰਦਰ ਹੈ। ਉੱਥੇ ਉਹ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਦਰਸ਼ਨ ਕਰਨ ਵਾਲਿਆਂ ਦੀਆਂ, ਅੰਦਰ ਜਾ ਕੇ ਦੇਵੀ ਦਾ ਸਥਾਨ ਬਣਿਆ ਹੋਇਆ ਹੈ। ਸੋ ਕਾਮਖਿਆ ਦੇ ਮੰਦਰ ਵਿੱਚ ਮੱਥਾ ਟੇਕ ਕੇ ਬਾਹਰ ਆਏ ਹਨ। ਚਿਤ ਵਹਿ ਚਿਤ ਕੈਸੇ ਹੋਏ ਜਾਏ। ਰਾਜਾ ਤੇ ਮੰਤਰੀ ਘਰ ਬੈਠ ਕੇ, ਮੰਤਰੀ ਮੰਡਲ 'ਚ ਬੈਠ ਕੇ ਸੋਚਾਂ ਸੋਚਦੇ ਨੇ ਵੀ ਦੇਵੀ ਮਾਤਾ ਨੇ ਕਿਹਾ ਹੋਵੇਗਾ ਸਭ ਠੀਕ, ਮਹਾਂਪੁਰਸ਼ ਠੀਕ ਕਰ ਦੇਣਗੇ, ਪਰ ਉਹ ਕਿਵੇਂ ਕਰਨਗੇ, ਕਿਹੜੇ ਮਹਾਂਪੁਰਸ਼ ਕਰਨਗੇ, ਇਹ ਹੁਣ ਪਤਾ ਲੱਗੇਗਾ। ਹਮ ਤੇ ਅਬ ਉਪਾਵ ਕਿਆ ਹੋਵੇ। ਅਸੀਂ ਕੀ ਉਪਾਅ ਕਰੀਏ ਹੁਣ, ਕੁਝ ਇਹ ਨਹੀਂ ਕਲੀਅਰ ਕਰਕੇ ਦੱਸਿਆ ਦੇਵੀ ਮਾਤਾ ਨੇ। ਜਿਸ ਤੇ ਸ਼ਤਰ ਕੋ ਡਰ ਖੋਵੇ। ਕੋਈ ਇਹੋ ਜਿਹਾ ਉਪਾਅ ਕਰੀਏ ਦੁਸ਼ਮਣ ਦਾ ਡਰ ਖਤਮ ਹੋਵੇ। ਜਿੰਨਾ ਚਿਰ ਦੁਸ਼ਮਣ ਵਾਪਸ ਨਹੀਂ ਜਾਂਦਾ ਫੌਜਾਂ ਲੈ ਕੇ, ਬਿਸ਼ਨ ਸਿੰਘ ਪਿਛਾ ਨਹੀਂ ਪਰਤਦਾ, ਤੋਪਖਾਨੇ ਉਹਨੇ ਦਰਿਆ ਦੇ ਕੰਢੇ ਤੇ ਬੀੜੇ ਹੋਏ ਨੇ, ਲੜਾਈ ਦਾ ਮਾਹੌਲ ਬਣਿਆ ਹੋਇਆ। ਮਾੜਾ ਜਿਹਾ ਵੀ ਅਵੇਸਲੇ ਹੋਈਏ, ਦੁਸ਼ਮਣ ਸਾਡਾ ਨੁਕਸਾਨ ਕਰ ਜਾਵੇ, ਉਸ ਤੋਂ ਬਚਣ ਦਾ ਕੋਈ ਹੀਲਾ ਕਰਨਾ ਚਾਹੀਦਾ ਹੈ। ਨਿਜ ਬਲ ਜੰਤਰ ਮੰਤਰ ਕਰ ਹਾਰੇ। ਆਪਣੇ ਜੰਤਰ ਮੰਤਰ ਜਾਦੂ ਟੂਣੇ ਕਰਕੇ ਹਾਰ ਗਏ ਆ। ਤਿਨ ਤੇ ਕਛੂ ਨ ਕਾਰਜ ਸਾਰੇ। ਪਰ ਜਾਦੂਆਂ ਟੂਣਿਆਂ ਜੰਤਰਾਂ ਮੰਤਰਾਂ ਨਾਲ ਕੁਝ ਸਰਿਆ ਨਹੀਂ ਹੈ। ਅਬ ਸੰਗਰਾਮ ਕਰਨ ਬਨ ਆਵੇ। ਹੁਣ ਤਾਂ ਸਿਰਫ ਇੱਕੋ ਹੀ ਰਾਹ ਰਹਿ ਗਿਆ ਵੀ ਲੜਾਈ ਕਰੀਏ, ਜੰਗ ਕਰੀਏ, ਹੱਥਾਂ ਬਾਝ ਕਰਾ ਰਿਆਂ, ਵੈਰੀ ਹੋਣ ਨਾ ਮਿੱਤ। ਹੁਣ ਸਾਨੂੰ ਲੜਨਾ ਚਾਹੀਦਾ ਹੈ। ਸ਼੍ਰੀ ਕਾਮਖਿਆ ਜੈ ਕਰਾਵੇ। ਕਿਉਂਕਿ ਕਮੱਛਿਆ ਦੇਵੀ ਨੇ ਕਿਹਾ ਹੈ ਵੀ ਤੁਹਾਡੀ ਜਿੱਤ ਹੋਵੇਗੀ, ਇਸ ਕਰਕੇ ਸਾਡੀ ਜਿੱਤ ਹੋਵੇਗੀ। ਇਮ ਮਸਲਤ ਕਰ ਸਚਵਨ ਸੰਗ। ਇਸ ਤਰ੍ਹਾਂ ਆਪਣੇ ਮੰਤਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਭਇਓ ਸੁਚੇਤ ਕਰਨ ਕੋ ਜੰਗ। ਰਾਜਾ ਸਲਾਹ ਕਰਕੇ ਵੀ ਆਪਾਂ ਜੰਗ ਕਰੀਏ, ਆਪਾਂ ਲੜਾਈ ਲੜੀਏ।
ਇਹ ਫਿਰ ਪੱਕਾ ਇਰਾਦਾ ਕਰ ਲਿਆ ਵੀ ਜੰਗ ਕਰਾਂਗੇ ਹੁਣ ਆਪਾਂ। ਰਣ ਸਾ ਮਿਗਰੀ ਬਹੁ ਵਰਤਾਈ। ਆਪਣੀ ਫੌਜ ਨੂੰ ਦਾਰੂ ਸਿੱਕਾ ਵੰਡ ਦਿੱਤਾ, ਤੋਪਾਂ ਦੇ ਗੋਲੇ ਪਾ ਲਏ, ਬੰਦੂਕਾਂ ਤੋਪਾਂ ਸ਼ਸਤਰ ਤਿਆਰ ਕਰ ਲਏ ਜੰਗ ਦੇ ਲਈ ਅਸਾਮ ਵਾਲਿਆਂ ਨੇ। ਸੁਪਟ ਸਕੇਲ ਕਰੇ ਇਕ ਥਾਈ। ਅਸਾਮਪਤੀ ਨੇ ਸਾਰੇ ਰਾਜ ਇਕੱਠੇ ਕਰਕੇ ਸਾਰੇ ਫੌਜੀ ਯੋਧੇ ਜਰਨਲ ਕਰਨਲ ਸਾਰੇ ਤੋਪ ਤੁਪਕ ਕੋ ਕਰ ਕੈ ਸੁਧ। ਆਪਣੀਆਂ ਤੋਪਾਂ ਦੀ ਸਫਾਈ ਕਰਕੇ ਬੰਦੂਕਾਂ ਸਾਫ਼ ਕਰਕੇ ਪਠੀ ਸੈਨ ਬੜ ਕਰ ਬੇਜੁੱਧ। ਬੜੀ ਭਾਰੀ ਫੌਜ ਯੁੱਧ ਕਰਨ ਵਾਸਤੇ ਭੇਜੀ ਹੈ। ਹਮ ਕੇਤਕ ਦਿਨ ਚੜ੍ਹੈ ਪਿਛਾਰੀ। ਆਪਣੀ ਫੌਜ ਨੂੰ ਕਿਹਾ ਪਹਿਲਾਂ ਤੁਸੀਂ ਹੱਲਾ ਕਰੋ, ਮੁਕਾਬਲਾ ਕਰੋ, ਅਸੀਂ ਤੁਹਾਡੇ ਪਿੱਛੇ ਆਵਾਂਗੇ ਕਰ ਸੰਗਰਾਮ ਪਿਖੈ ਪਟ ਪਾਰੀ। ਤੇ ਇਹ ਯੁੱਧ ਵੇਖਾਂਗੇ, ਬਿਸ਼ਨ ਸਿੰਘ ਨਾਲ ਦੋ ਦੋ ਹੱਥ ਕਰਾਂਗੇ। ਪਰ ਜਦੋਂ ਸਾਧ ਸੰਗਤ ਜੀ ਇਹ ਇਰਾਦਾ ਲੈ ਕੇ ਇਹਨਾਂ ਨੇ ਜੰਗ ਦੀ ਤਿਆਰੀ ਕੀਤੀ ਤਾਂ ਦੇਵੀ ਮਾਤਾ ਨੇ ਰਾਜੇ ਨੂੰ ਦਰਸ਼ਨ ਦੇ ਕੇ ਫਿਰ ਕਿਹਾ ਵੀ ਤੂੰ ਜੰਗ ਨਾ ਕਰ, ਤੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਪੈ ਜਾ, ਉਹ ਤੇਰਾ ਮਸਲਾ ਹੱਲ ਕਰਨਗੇ। ਸੋ ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।